सतनाम श्री वाहिगुरु साहिब जी। दोहरा मीरवान पर अंक पर लद्यो अधिक हंकार। श्री हर गोबिंद छिमा निध बैठे तरे निहार। वाहिगुरु जी का खालसा वाहिगुरु जी की फतेह। तू सुल्तान कहाँ हो मियाँ, तेरी कवन वडाई। जो तू देह सो कहाँ स्वामी, मैं मूर्ख कह ना जाई। पतित पावन भगत वशल कृपा निधान त्रिलोकीनाथ सरवरे कायनात दे सांझे रहबर दसां पातशाहियां दे साक्षात स्वरूप गुरता गद्दी ते सुभाएमान छतर चबर तख्त दे मालक बाणी के बोहित नाम के जहाज शब्दा अवतार जुगो जुग अटल। धन 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 साहिब श्री गुरु ग्रंथ साहिब महाराज साहिबां दी पावन पवित्र हजूरी। त्याग और वैराग दी मूरत निमरता दे मुजस्मे हिंद दी चादर सतगुरु धन साहिब श्री गुरु तेग बहादुर साहिब नामे गुरु नानक सतगुरां दे पावन अस्थान गुरुद्वारा श्री दुख निवारण साहिब विखे संध्या दे दीवाना विच हाजरियां भर रहे गुरु प्यारे गुरु सवारे गुरु खालसा जीओ। साडे सबना दे अत्यंत वड्डे भाग हन सतगुरु गरीब नवाज पातशाह जी की पावन गोद अंदर पावन गुरबाणी का रस पिना कीर्तन सरवण कर रहे सी। गुरु घर की मर्यादा अनुसार समा बनया है जो श्री गुरु प्रताप सूरज ग्रंथ दसां पातशाहियां दा पवित्र इतिहास जिस दी लड़ीवार कथा आप जी रोजाना हाजिर हो करके सरवण करते हो। कल दे प्रकरण विच आप जी ने सरवण कीता है मेरी पीरी दे मालक देगां तेगां दे धनी साहिबे कमाल सतगुरु धन साहिब श्री गुरु हरगोबिंद साहब गरीब नवाज पातशाह जी सिखां सेवतां फौजां दे सहित लाहौर विखे विराजमान हैं। हिंदुस्तान का बादशाह जहांगीर ते उहदा सपुत्र शाहजहान राज दरबार वालों रोजाना ही सतगुरां दे चरनां विच नजराने भेंट होंदे है आ करके सिर नतमस्तक होंदे हैं। सो सतगुरु गरीब नवाज पातशाह जी की महिमा वडियाई दूर दूर तक पसर रही है।
ਦੁਰਾਡੇ ਤੋਂ ਸੰਗਤਾਂ ਆ ਕਰਕੇ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ, ਸੇਵਾਵਾਂ ਨਿਭਾ ਰਹੀਆਂ ਨੇ। ਸੱਚੇ ਪਾਤਸ਼ਾਹ ਜੀ ਨੇ ਇੱਥੇ ਲੰਮਾ ਸਮਾਂ ਰੁਕ ਕਰਕੇ ਬੇਅੰਤ ਸੇਵਾਵਾਂ ਸੰਗਤਾਂ ਦੇ ਭਲੇ ਲਈ ਕੀਤੀਆਂ। ਇਹਨਾਂ ਦਿਨਾਂ ਵਿੱਚ ਹੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਤਾਇਆ ਜੀ ਦਾ ਸੁਪੁੱਤਰ, ਸਤਿਗੁਰਾਂ ਦਾ ਵੱਡਾ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਦਾ ਪੁੱਤਰ ਬਾਬਾ ਮਿਹਰਬਾਨ ਵੀ ਇੱਥੇ ਪਹੁੰਚਿਆ ਹੈ। ਬਾਬਾ ਮਿਹਰਬਾਨ ਜੀ ਨੇ ਆਪਣੇ ਨਾਲ ਆਪਣਾ ਇੱਕ ਮਿੱਤਰ ਲਿਆਂਦਾ ਹੈ, ਚੰਦੂ ਦਾ ਪੁੱਤਰ ਕਰਮਚੰਦ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਜੋ ਯੋਗਦਾਨ ਸੀ ਉਹ ਵਜ਼ੀਰ ਚੰਦੂ ਦਾ ਸੀ। ਸਮਾਂ ਬੀਤਿਆ, ਉਹਨੂੰ ਉਹਦੇ ਪਾਪ ਦੀ ਸਜ਼ਾ ਮਿਲੀ। ਉਸ ਮਨਖ ਦੇ ਵਿੱਚ, ਉਸ ਈਰਸ਼ਾ ਦੇ ਵਿੱਚ ਉਹਦਾ ਪੁੱਤਰ ਕਰਮਚੰਦ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਨਾਲ ਈਰਖਾ ਕਰਨ ਲੱਗ ਪਿਆ, ਮਨ ਵਿੱਚ ਬਦਲੇ ਦੀ ਭਾਵਨਾ ਰੱਖ ਲਈ। ਇੱਧਰ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਬਾਬਾ ਮਿਹਰਬਾਨ, ਉਹਦੇ ਮਨ ਵਿੱਚ ਵੀ ਈਰਖਾ ਸੀ, ਕਿਉਂਕਿ ਜਦੋਂ ਪਿਤਾ ਚੜ੍ਹਾਈ ਕੀਤਾ ਬਾਬਾ ਪ੍ਰਿਥੀ ਚੰਦ, ਉਹ ਜਾਣ ਲੱਗੇ ਆਪਣੇ ਅਖੀਰਲੇ ਵਾਕ ਕਹਿ ਕੇ ਗਿਆ ਸੀ ਆਪਣੇ ਪੁੱਤਰ ਨੂੰ, ਕਹਿ ਕੇ ਗਿਆ ਸੀ, ਪੁੱਤਰ ਜਿਸ ਸੰਘਰਸ਼ ਲਈ ਮੈਂ ਆਪਣਾ ਸਾਰਾ ਜੀਵਨ ਲਾ ਦਿੱਤਾ ਨਾ, ਉਸ ਸੰਘਰਸ਼ ਨੂੰ ਤੂੰ ਠੰਡਾ ਨਹੀਂ ਪੈਣ ਦੇਣਾ। ਉਹਦੇ ਲਈ ਹਰ ਉਹ ਉਦਮ ਕਰਨਾ ਜਿਹਦੇ ਨਾਲ ਆਪਣੇ ਦੁਸ਼ਮਣ ਨੂੰ, ਵੈਰੀ ਨੂੰ ਹਾਰ ਪਹੁੰਚਾ ਸਕੇ। ਹੋ ਸਕੇ ਤਾਂ ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਦੋਵਾਂ ਪਿਤਾ ਪੁੱਤਰ ਨੂੰ ਹੋ ਸਕੇ ਤਾਂ ਸਜ਼ਾ ਦਿਵਾਵੀਂ, ਜੇ ਨਾ ਸਜ਼ਾ ਦਿਵਾ ਸਕਿਆ ਤਾਂ ਉਹਨਾਂ ਦਾ ਕਤਲ ਕਰਾ ਦੇਵੀਂ। ਤੇ ਜਿਹੜੀ ਗੁਰਤਾ ਗੱਦੀ ਹੈ ਨਾ, ਇਹਦਾ ਵਾਰਿਸ, ਅਸਲ ਵਾਰਿਸ ਤੂੰ ਹੈ, ਤੇ ਇਹ ਗੁਰਤਾ ਗੱਦੀ ਲੈ ਕੇ ਰਹਿਣੀ ਹੈ। ਜੇ ਮੇਰੇ ਅਖੀਰਲੇ ਬੋਲਾਂ ਨੂੰ ਤੂੰ ਪੁਗਾ ਸਕਿਆ ਨਾ, ਤਾਂ ਸਮਝੀ ਤੂੰ ਆਪਣੇ ਪਿਤਾ ਦੀ ਵੱਡੀ ਖੁਸ਼ੀ ਪ੍ਰਾਪਤ ਕਰ ਲਈ। ਇਹ ਬਚਨ ਕਹਿ ਕੇ ਬਾਬਾ ਪ੍ਰਿਥੀ ਚੰਦ ਤੇ ਚੜ੍ਹਾਈ ਕਰ ਗਿਆ। ਉਹਦੇ ਪੁੱਤਰ ਦੇ ਮਨ ਵਿੱਚ ਇਹ ਮਨਖ ਰਹਿ ਗਈ ਕਿ ਮੈਂ ਆਪਣਾ ਬਦਲਾ ਲੈ ਸਕਾਂ। ਉਸੇ ਬਦਲੇ ਦੀ ਵਿਉਂਤਬੰਦੀ ਦੇ ਵਿੱਚ ਕਰਮਚੰਦ ਦੇ ਨਾਲ, ਚੰਦੂ ਦੇ ਪੁੱਤਰ ਦੇ ਨਾਲ ਸੰਧੀ ਕਰਕੇ ਬਾਦਸ਼ਾਹ ਦੇ ਦਰਬਾਰ ਵਿੱਚ ਫਰਿਆਦੀ ਹੋਣ ਲਈ ਪਹੁੰਚਿਆ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਦਰਬਾਰ ਵਿੱਚ ਇਹ ਖਬਰ ਪਹੁੰਚੀ ਕਿ ਮਹਾਰਾਜ ਬਾਬਾ ਮਿਹਰਬਾਨ ਆ ਪਹੁੰਚਿਆ ਹੈ, ਤੇ ਇੱਥੇ ਰਾਜ ਦਰਬਾਰ ਦੇ ਵਿੱਚ ਆਪਣੀ ਫਰਿਆਦ ਲੈ ਕਰਕੇ ਆਇਆ ਹੈ। ਕਹਿੰਦਾ ਮੈਂ ਇਨਸਾਫ ਲੈਣਾ ਰਾਜ ਦਰਬਾਰ ਤੋਂ, ਤੇ ਇਨਸਾਫ ਵੀ ਇਹੀ ਲੈਣਾ ਵੀ ਗੁਰਤਾ ਗੱਦੀ ਦਾ ਮੈਂ ਵਾਰਿਸ ਬਣਨਾ। ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਵੇਖੋ ਕੈਸੀ ਬਿਰਤੀ ਧਾਰਨ ਕਰਕੇ ਆਇਆ। ਜਿਹੜਾ ਦਰਬਾਰ ਗੁਰੂ ਨਾਨਕ ਦੇ ਘਰ ਤੇ ਆ ਕੇ ਨਤਮਸਤਕ ਹੁੰਦਾ, ਇੱਥੇ ਆ ਕੇ ਸਿਰ ਝੁਕਾਉਂਦਾ, ਇਹ ਉਸ ਦਰਬਾਰ ਤੇ ਜਾ ਕੇ ਇਨਸਾਫ ਲੈਣ ਲਈ ਪਹੁੰਚਿਆ ਹੈ। ਜਿਹੜਾ ਬਾਦਸ਼ਾਹ ਹਿੰਦੁਸਤਾਨ ਦਾ ਇੱਥੇ ਸਾਡੇ ਕੋਲ ਗੁਰੂ ਨਾਨਕ ਦੀ ਗੱਦੀ ਤੇ ਆ ਕੇ ਮੱਥਾ ਟੇਕਦਾ ਹੈ, ਅੱਜ ਉਸੇ ਗੁਰੂ ਨਾਨਕ ਦੀ ਗੱਦੀ ਦੇ ਗੁਰੂ ਰਾਮਦਾਸ ਦੇ ਵਾਰਿਸ ਉਹਦੇ ਦਰਬਾਰ ਵਿੱਚ ਜਾ ਕੇ ਜਲੀਲ ਹੋਣ ਵਾਸਤੇ ਪਹੁੰਚੇ ਹਨ। ਮਹਾਰਾਜ ਸਾਹਿਬ ਕਹਿੰਦੇ ਕੈਸੀ ਵਿਪੱਤੀ ਵਾਲੀ ਗੱਲ ਬਣ ਗਈ ਹੈ। ਸਮਾਂ ਹੋਵੇ ਤੇ ਆਪਾਂ ਇਹਨਾਂ ਨੂੰ ਰਲਾ ਲਈਏ, ਆਪਣੇ ਘਰ ਦੀ ਸੰਧੀ ਨਿਬੇੜ ਲਈਏ। ਐਸੀ ਵਿਚਾਰ ਬਣਾ ਕਰਕੇ ਸਤਿਗੁਰਾਂ ਨੇ ਗੁਰੂ ਘਰ ਦੇ ਮੋਢੀ ਸਿੱਖ ਭਾਈ ਪੈੜਾ ਜੀ ਤੇ ਭਾਈ ਪਿਰਾਣਾ ਜੀ ਦੋਨਾਂ ਨੂੰ ਸੰਧੀ ਦਾ ਖਾਲਸਾ ਜੀ ਸੰਦੇਸ਼ ਦੇ ਕਰਕੇ, ਸਲਾਹ ਦੀ ਸੰਦੇਸ਼ ਦੇ ਕਰਕੇ ਬਾਬੇ ਮਿਹਰਬਾਨ ਜੀ ਕੋਲ ਭੇਜਿਆ। ਬਾਬਾ ਮਿਹਰਬਾਨ ਜਿਸ ਵੇਲੇ ਆਪਣੇ ਤਖਤ ਤੇ ਬਿਰਾਜਮਾਨ ਹੈ, ਚਾਰ ਕੁ ਚੇਲੇ ਚਾਟੜੇ ਨਾਲ ਹਨ। ਜਿਸ ਵੇਲੇ ਬਾਬਾ ਭਾਈ ਪਿਰਾਣਾ ਜੀ ਤੇ ਭਾਈ ਜੇਠਾ ਜੀ ਜਾ ਪਹੁੰਚੇ, ਪੈੜਾ ਜੀ ਜਾ ਪਹੁੰਚੇ ਹਨ। ਸੋ ਜਾ ਕਰਕੇ ਸਤਿਗੁਰਾਂ ਵੱਲੋਂ ਭੇਜਿਆ ਹੋਇਆ ਸਹਿਮਤੀ ਸੰਦੇਸ਼ ਦਿੱਤਾ ਹੈ।
कि सतगुरु गरीब नवाज पातशाह ने इस गल उत्ते बड़ा दुख मनाया है कि जिहड़ा दरबार हिंदुस्तान दा बादशाह जिहड़ा आ करके गुरु नानक दी गद्दी उत्ते मत्थे टेकदा है, अज गुरु नानक दी गद्दी दे वारस गुरु रामदास दी वंश दे सपुत्र उस बादशाह दे चरनां विच जाके लीकां कढ रहे ने। बड़े दुख दी गल है। दसो तुहानूं किहड़ी चीज़ दी जरूरत है? माया चाहिदी है, जायदाद चाहिदी है, घर बार महल अटारियां चाहिदियां, जो कुछ भी तुहानूं चाहिदा है असीं तुहाडे नाल सहमत हां, आ करके रल के बैठ जाइए। जदों इस तरह दे विचार भाई जेठा भाई पराणा जी ने जा करके बाबे मेहरबान नूं कहे है, सो खालसा जी अहंकार जो हुंदा है ना, ਇਹਦੇ ਵਿੱਚ ਸਭ ਤੋਂ ਵੱਡੀ ਕਮੀ ਇਹੀ ਹੁੰਦੀ ਆ, ਹੰਕਾਰੀ ਪੁਰਸ਼ ਕਿਸੇ ਦੀ ਗੱਲ ਸੁਣਦਾ ਨਹੀਂ ਆ। ਸੋ ਬਾਬਾ ਮਿਹਰਬਾਨ ਹੰਕਾਰ ਦੇ ਨਾਲ ਭਰਿਆ ਹੋਇਆ ਦੋਵਾਂ ਗੁਰਸਿੱਖਾਂ ਨੂੰ ਖਾਲਸਾ ਜੀ ਨਾਲੇ ਤੇ ਅਪ ਸ਼ਬਦ ਬੋਲਦਾ ਹੈ, ਨਾਲੇ ਹੰਕਾਰ ਦੇ ਵਿੱਚ ਭਰਿਆ ਹੋਇਆ ਵੱਡੇ ਸਤਿਗੁਰਾਂ ਉੱਤੇ ਜਾ ਕੇ ਵੀ ਖਾਲਸਾ ਜੀ ਬੜੇ ਭੈੜੇ ਸ਼ਬਦਾਂ ਦੀ ਵਰਤੋਂ ਕਰਦਾ ਹੈ। ਕਹਿੰਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਸਮਝਦੇ ਹੋ? ਵੇਖੋ ਉਹਨਾਂ ਦਾ ਅੰਤ ਸਮਾਂ ਕਿਵੇਂ ਹੋਇਆ। ਜੇ ਕੋਈ ਕਰਾਮਾਤ ਸੀ ਤੇ ਉੱਥੇ ਕਿਉਂ ਨਾ ਵਿਖਾ ਸਕੇ ਜੇ ਗੁਰਤਾ ਗੱਦੀ ਦੇ ਵਾਰਸ ਸੀ। ਜਿਨ੍ਹਾਂ ਨੂੰ ਤੁਸੀਂ ਗੁਰੂ ਸਮਝਦੇ ਹੋ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹੋ, ਮੱਥੇ ਟੇਕਦੇ ਹੋ, ਵੇਖਿਆ ਨਾ ਸਮਾਂ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਲਾ ਕੇ ਆਇਆ, ਫਿਰ ਨਾ ਕਰਾਮਾਤ ਵਿਖਾਈ। ਐਵੇਂ ਨਾ ਝੂਠਿਆਂ ਨੂੰ ਮੱਥੇ ਟੇਕੀ ਜਾਓ, ਗੱਦੀ ਦਾ ਵਾਰਸ ਮੈਂ ਹਾਂ। ਬਾਬੇ ਮਿਹਰਬਾਨ ਦੀਆਂ ਐਸੀਆਂ ਗੱਲਾਂ ਸੁਣ ਕਰਕੇ ਭਾਈ ਪਰਾਣਾ ਜੀ ਦੋਵਾਂ ਗੁਰਸਿੱਖਾਂ ਨੂੰ ਖਾਲਸਾ ਜੀ ਬੜਾ ਦੁੱਖ ਲੱਗਿਆ। ਫਿਰ ਉਹਨੂੰ ਦੱਸਣਾ ਕੀਤਾ, ਬਾਬਾ ਮਿਹਰਬਾਨ ਇਹ ਜੋ ਗੁਰਤਾ ਗੱਦੀ ਹੈ ਨਾ ਗੁਰੂ ਨਾਨਕ ਦੇ ਘਰ ਦੀ, ਇਸ ਗੁਰਤਾ ਗੱਦੀ ਦੀ ਸਭ ਤੋਂ ਵੱਡੀ ਤਾਕਤ ਹੀ ਇਹ ਹੈ ਕਿ ਅਜਰ ਨੂੰ ਜਰਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਜਰ ਨੂੰ ਜਰਨ ਦੀ ਜਿਹੜੀ ਤਾਕਤ ਹੈ ਅੱਜ ਤੱਕ ਕਿਸੇ ਵੀ ਪੀਰ ਫਕੀਰ ਨੇ ਨਹੀਂ ਚੱਲ ਸਕੇ। ਬੜੇ ਬੜੇ ਤਪਸਵੀ ਹੋਏ, ਛੋਟੀ ਜੀ ਕੁਤਾਹੀ ਤੋਂ ਖਾਲਸਾ ਜੀ ਬੜੇ ਬੜੇ ਵੱਡੇ ਸ਼ਰਾਪ ਮੁਖੋਂ ਨਿਕਲ ਗਏ। ਪਰ ਇਹ ਗੁਰੂ ਅਰਜਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਹੀ ਸੀ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਤਤੀ ਤਵੀ ਉੱਤੇ ਬੈਠੇ ਆ। ਸਾਈਂ ਮੀਆਂ ਮੀਰ ਵੀ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਕਹੋ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਈਏ। महाराज साईं मियाँ मीर नूं कहंदे, साईं जी किसी एक दी गलती दा हरजाना गरीबां नूं निर्दोषां नूं नहीं देना। ये परमेश्वर दे रंग ने तेरा किया मीठा लगा है। ऐसे बचन करके अजर नूं जरिया अपने तन उत्ते एडा वड्डा संताप चलिया, पर सारियां दा भला मंगिया। फिर महाराज गुरु अंगद देव महाराज जी दा भी बचन सुनाया कि गुरु अंगद देव महाराज चाहुंदे ਉਹ ਵੀ ਆਪਣੀ ਕਲਾ ਵਰਤਾ ਸਕਦੇ ਸੀ। ਜਦੋਂ ਖਹਿਰਿਆਂ ਨੇ ਮਹਾਰਾਜ ਸਾਹਿਬ ਜੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਨਗਰ ਚੋਂ ਚਲੇ ਜਾਵੋ, ਤੁਹਾਡੇ ਕਰਕੇ ਸਾਡੇ ਨਗਰ ਵਿੱਚ ਮੀਂਹ ਨਹੀਂ ਪੈ ਰਿਹਾ, ਮਹਾਰਾਜ ਸਾਹਿਬ ਨੂੰ ਬਾਹਰ ਮੰਜੇ ਤੋਂ ਛੱਡ ਆਏ ਪਿੰਡ ਤੋਂ। ਮਹਾਰਾਜ ਸਾਹਿਬ ਉਸ ਵੇਲੇ ਵੀ ਕੋਈ ਐਸਾ ਬਚਨ ਨਹੀਂ ਕੀਤਾ ਨਿਮਰਤਾ ਦੇ ਕਾਰਨ। ਸੋ ਖਾਲਸਾ ਜੀ ਜਿਸ ਵੇਲੇ ਐਸੇ ਬਚਨ ਕਹੇ ਬੜੇ ਦਿਲ ਨੂੰ ਚੁਭੇ ਹਨ, ਬੜਾ ਦੁੱਖ ਹੋਇਆ ਹੈ। ਤੇ ਉਸ ਵੇਲੇ ਫਿਰ ਖਾਲਸਾ ਜੀ ਮੰਦੀ ਸ਼ਬਦਾਵਲੀ ਭੈੜੇ ਅਪਸ਼ਬਦ ਬੋਲਦਾ ਹੈ ਬਾਬਾ ਮਿਹਰਬਾਨ, ਤੇ ਕਹਿੰਦਾ ਹੁਣ ਸਮਾਂ ਛੇਤੀ ਹੀ ਆ ਜਾਣਾ ਜਦੋਂ ਮੈਂ ਆਪ ਗੁਰਤਾ ਗੱਦੀ ਤੇ ਬੈਠ ਜਾਊਂਗਾ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜੇਲ੍ਹ ਦੀ ਕੋਠੜੀ ਵਿੱਚ ਪਿੱਛੇ ਰੱਖ ਦਊਂਗਾ। ਇਸ ਤਰ੍ਹਾਂ ਦੇ ਸ਼ਬਦ ਬੋਲੇ ਹਨ ਤੇ ਬੜੇ ਮਾੜੇ ਸ਼ਬਦ ਬੋਲ ਕਰਕੇ ਗੁਰਸਿੱਖਾਂ ਨੂੰ ਵਾਪਸ ਭੇਜ ਦਿੱਤਾ। ਆ ਕਰਕੇ ਸਤਿਗੁਰੂ ਸਾਹਿਬ ਜੀ ਦੇ ਸਮਕਸ਼ ਹੋ ਕਰਕੇ ਸਾਰੇ ਬਚਨ ਦੱਸੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਮੰਦਾ ਬੋਲਦਾ ਹੈ। ਸਤਿਗੁਰੂ ਗਰੀਬ ਨਵਾਜ ਦਿਆਲਤਾ ਦੇ ਸਮੁੰਦਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਅਸੀਂ ਆਪ ਚੱਲ ਕੇ ਜਾਵਾਂਗੇ। ਤਾਂ ਉਸ ਵੇਲੇ ਵੀ ਦੋਵਾਂ ਗੁਰਸਿੱਖਾਂ ਨੇ ਮਹਾਰਾਜ ਸਾਹਿਬ ਜੀ ਨੂੰ, ਭਾਈ ਜੇਠਾ ਜੀ ਨੇ ਵੀ ਮਹਾਰਾਜ ਸਾਹਿਬ ਜੀ ਨੂੰ ਵਰਜਿਤ ਕਰਨਾ ਕੀਤਾ, ਸਤਿਗੁਰੂ ਬਾਬੇ ਮਿਹਰਬਾਨ ਦੇ ਸਾਹਮਣੇ ਆਪ ਜੀ ਨਾ ਜਾਓ। महाराज इदा समझ लो, महाराज सतगुरु कहते असी तो कदी बाबे मेहरबान दे दर्शन ही नहीं किते, कदी मिले ही नहीं। एक बारी मिलावता कर लईए, की पता कैसे विचार बन जान। साडे तो साडे वड्डे भराता ने एक बारी मिल लईए। ते बाबा मेहरबान दी बिरती नूं भाई जेठा जी कहन लगे महाराज
ਬਾਬੇ ਮਿਹਰਬਾਨ ਨੂੰ ਬਾਬੇ ਪ੍ਰਿਥੀ ਚੰਦ ਦਾ ਹੀ ਰੂਪ ਸਮਝੋ। ਜਿਸ ਤਰ੍ਹਾਂ ਉਹਦੇ ਮਨ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਈਰਖਾ ਭਰੀ ਹੋਈ ਸੀ ਨਾ, ਇਸੇ ਤਰ੍ਹਾਂ ਇਹ ਵੀ ਅੱਗ ਨਾਲ ਭਰਿਆ ਹੋਇਆ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਨਹੀਂ ਭਾਈ, ਇੱਕ ਵਾਰ ਅਸੀਂ ਜ਼ਰੂਰ ਜਾਣਾ ਚਾਹਾਂਗੇ, ਇੱਛਾ ਰੱਖਾਂਗੇ। ਸੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਆਪ ਚੱਲ ਕਰਕੇ ਮੇਰੇ ਗੁਰਦੇਵ ਸਤਿਗੁਰੂ ਜੀ ਬਾਬੇ ਮਿਹਰਬਾਨ ਕੋਲ ਪਹੁੰਚੇ ਹੈ। ਜਾ ਕਰਕੇ ਜਿਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਵਿਲਾਸ ਹੋ ਰਹੇ ਆ, ਜੋ ਵੀ ਵਾਰਤਾ ਹੋ ਰਹੀ ਹੈ, ਉਹ ਪ੍ਰਕਰਨ ਅੱਜ ਦੇ ਇਤਿਹਾਸ ਵਿੱਚ ਆ ਰਿਹਾ ਹੈ। ਸੁਰਤੀਆਂ ਨੂੰ ਇਕਾਗਰ ਕਰੀਏ। ਖਾਲਸਾ ਜੀ, ਵਿਦਵਾਨ ਮਹਾਪੁਰਸ਼ ਕਿਆ ਕਰਦੇ ਸੀ ਕਿ ਜਿਹੜੀ ਇਤਿਹਾਸ ਦੀ ਕਥਾ ਹੈ, ਇਸ ਇਤਿਹਾਸ ਦੀ ਕਥਾ ਵਿੱਚ ਇੱਕ ਸਰੋਤਾ ਹੁੰਦਾ, ਇੱਕ ਵਕਤਾ ਹੁੰਦਾ। ਜਿਹੜਾ ਕਥਾ ਸੁਣਾ ਰਿਹਾ ਹੈ ਉਹ ਸਰੋਤਾ ਹੁੰਦਾ ਹੈ, ਉਹ ਵਕਤਾ ਹੁੰਦਾ ਜਿਹੜਾ ਸੁਣਦਾ ਉਹ ਕਥਾ ਦਾ ਸਰੋਤਾ ਹੁੰਦਾ ਹੈ। ਸਰੋਤੇ ਵਕਤੇ ਦੇ ਵਿੱਚ ਭੇਦ ਰਹਿ ਜਾਂਦੇ ਆ, ਕਿਤੇ ਬਿਰਤੀ ਖਿੰਡ ਜਾਂਦੀ ਹੈ, ਕਿਤੇ ਧਿਆਨ ਖੰਡਿਤ ਹੋ ਜਾਂਦਾ ਹੈ, ਇਤਿਹਾਸ ਦਾ ਉਹ ਰਸ ਨਹੀਂ ਪ੍ਰਾਪਤ ਹੁੰਦਾ। ਪਰ ਮਹਾਪੁਰਸ਼ ਕਿਆ ਕਰਦੇ ਸੀ ਕਿ ਜੇ ਇਸ ਇਤਿਹਾਸ ਦੇ ਪਾਤਰ ਬਣ ਜਾਈਏ ਨਾ, ਕਥਾ ਦੇ ਸਰੋਤੇ ਵਕਤੇ ਤੋਂ ਉੱਪਰ ਉੱਠ ਕੇ ਕਥਾ ਦੇ ਪਾਤਰ ਬਣ ਜਾਈਏ, ਤੇ ਇਤਿਹਾਸ ਨੂੰ ਅਸੀਂ ਅੱਖਾਂ ਨਾਲ ਵੇਖ ਵੀ ਸਕਦੇ ਹਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਾਂ ਸਾਰੇ ਬਿਰਾਜਮਾਨ ਹਾਂ। ਮਹਾਰਾਜ ਜੀ ਦੇ ਚਰਨਾਂ ਵਿੱਚ ਮਨ ਬਿਰਤੀਆਂ ਕਰਕੇ ਅਰਦਾਸ ਕਰੀਏ, ਸਤਿਗੁਰੂ ਸਾਨੂੰ ਇਸ ਪਾਵਨ ਇਤਿਹਾਸ ਦੇ ਪਾਤਰ ਬਣਵਾਓ ਤਾਂ ਕਿ ਤੁਹਾਡੇ ਦਰਸ਼ਨ ਵੀ ਹੋ ਜਾਣ। ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਮੀਰਵਾਨ ਪਰਿਅੰਕ ਪਰ ਲਦਿਓ ਅਧਿਕ ਹੰਕਾਰ। ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਬਾਬੇ ਮਿਹਰਬਾਨ ਦੇ ਦਰਬਾਰ ਵਿੱਚ ਗਏ ਆ। ਦੂਰੋਂ ਵੇਖ ਕਰਕੇ ਸਤਿਗੁਰਾਂ ਤੋਂ ਅੱਖਾਂ ਫੇਰ ਲਈਆਂ ਤੇ ਹੰਕਾਰ ਨਾਲ ਭਰਿਆ ਹੋਇਆ ਆਪਣੇ ਪਲੰਘ ਉੱਤੇ ਬੈਠਾ ਹੈ। ਸ਼੍ਰੀ ਹਰਗੋਬਿੰਦ ਛਿਮਾ ਨਿਧ ਬੈਠੇ ਤਰੇ ਨਿਹਾਰੇ। ਗੁਰੂ ਜੀ ਛਿਮਾ ਦੇ ਖਿਮਾ ਦੇ ਖਜ਼ਾਨੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਕਰਕੇ ਆਪਣੇ ਵੱਡੇ ਭਰਾਤਾ ਦਾ ਸਤਕਾਰ ਸਮਝਦੇ ਹੋਏ ਜਾ ਕਰਕੇ ਨੀਚੇ ਪਲੰਘ ਤੋਂ ਨੀਚੇ ਬੈਠ ਗਏ ਨੇ। ਚੌਪਈ ਸਹਿ ਨਾ ਸਕਿਓ ਵਿਧੀਏ ਤਬ ਕਹਿਓ। ਉਸ ਵੇਲੇ ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਸਾਹਿਬ ਜੀ ਦਾ ਐਸਾ ਤਿਰਸਕਾਰ ਵੇਖ ਕਰਕੇ ਸਹਿ ਨਾ ਸਕੇ, ਕਿਉਂਕਿ ਖਾਲਸਾ ਜੀ ਗੁਰੂ ਦਾ ਤੇ ਗੁਰਸਿੱਖ ਦਾ ਐਸਾ ਪਿਆਰ ਹੈ। ਗੁਰ ਕੀ ਨਿੰਦਾ ਸੁਨੈ ਨਾ ਕਾਨ, ਭੇਟ ਕਰੋ ਤਿਸ ਪਰ ਕਿਰਪਾਨ। ਜਿਹੜਾ ਗੁਰੂ ਕੀ ਨਿੰਦਿਆ ਕਰਦਾ ਬੋਲਦਾ ਹੋਵੇ ਉਹਨੂੰ ਭੇਟ ਕਰ ਦਿੰਦੇ ਆ ਕਿਰਪਾਨ ਦੀ। ਤੋ ਐਸੇ ਗੁਰੂ ਕੇ ਸਿੱਖਾਂ ਦਾ ਪ੍ਰੇਮ ਬਾਬਾ ਬਿਧੀ ਚੰਦ ਸਾਹਿਬ ਜੀ ਵੇਖ ਕਰਕੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਦਾ ਤਿਰਸਕਾਰ ਉਸ ਵੇਲੇ ਕਹਿਣ ਲੱਗੇ, ਉਚਿਤ ਅਨੁਚਿਤ ਨਹੀਂ ਇਨ ਲਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਾਬੇ ਮਿਹਰਬਾਨ ਨੂੰ ਸੋਝੀ ਨਹੀਂ ਹੈ, ਇਹਨੂੰ ਯੋਗ ਅਯੋਗ ਦਾ ਅਧਿਕਾਰੀ ਅਣਅਧਿਕਾਰੀ ਦਾ ਪਤਾ ਹੀ ਨਹੀਂ ਹੈ, ਕਿਹੜਾ ਅਧਿਕਾਰੀ ਸਤਕਾਰ ਦਾ ਹੈ, ਕਿਹਨੂੰ ਕਿੱਦਾਂ ਉਚਿਤ ਸਤਕਾਰ ਦੇਣਾ ਹੈ, ਇਹਨੂੰ ਕੋਈ ਜਾਣਕਾਰੀ ਹੀ ਨਹੀਂ ਹੈ। ਉੱਪਰ ਬੈਠੋ ਕਿਉਂ ਥਿਰੇ ਤਰੇ। ਗਰੀਬ ਨਵਾਜ ਪਾਤਸ਼ਾਹ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ 6ਵੇਂ ਵਾਰਿਸ ਹੋ। ਇਸ ਕਲਯੁਗ ਦੇ ਜਹਾਜ਼ ਦੇ ਤੁਸੀਂ ਇਸ ਵੇਲੇ ਮਹਾਰਾਜ ਵੱਡੇ ਮਲਾਹ ਹੋ, ਤੁਸੀਂ ਕਿਉਂ ਨੀਚੇ ਬੈਠੇ ਹੋ? ਤੁਸੀਂ ਉੱਪਰ ਹੋ ਕਰਕੇ ਸਤਿਕਾਰਯੋਗ ਸਥਾਨ ਉੱਤੇ ਬੈਠੋ। ਆਪ ਸ਼ਿਰੋਮਣ ਸਭ ਜਗ ਕਰੇ। ਸਤਿਗੁਰੂ ਜੀ ਆਪ ਜੀ ਸਾਰੇ ਸੰਸਾਰ ਦੇ ਸ਼੍ਰੋਮਣੀ ਹੋ, ਸਭ ਤੋਂ ਉੱਤਮ ਹੋ, ਇਸ ਕਰਕੇ ਸਾਰਾ ਸੰਸਾਰ ਸਾਰੀਆਂ ਉਪਾਧੀਆਂ ਆਪ ਤੋਂ ਨੀਚੇ ਹਨ। ਪੀਰਨ ਪੀਰ ਮੀਰ ਸਿਰ ਮੀਰ। ਗੁਰੂ ਜੀ ਤੁਹਾਡਾ ਅਹੁਦਾ ਜੋ ਹੈ ਉਹ ਪੀਰਾਂ ਦਾ ਪੀਰ ਹੈ ਅਤੇ ਮੀਰਾਂ ਦਾ ਰਾਜਿਆਂ ਦਾ ਮਹਾਰਾਜਿਆਂ ਦਾ ਅਹੁਦਾ ਹੈ। ਰਾਵਰ ਤੇ ਕੋ ਊਚ ਨ ਧੀਰ। ਗਰੀਬ ਨਵਾਜ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਅੱਜ ਦੇ ਸਮੇਂ ਵਿੱਚ ਮਹਾਰਾਜ ਤੁਹਾਡੇ ਤੋਂ ਉੱਚਾ ਅਹੁਦਾ ਹੋਰ ਕੋਈ ਨਹੀਂ ਲੈ ਸਕਦਾ। ਸੁਨ ਸਤਿਗੁਰ ਨੇ ਬਾਕ ਬਖਾਨੇ। ਐਸੇ ਬਚਨ ਬਾਬੇ ਬਿਧੀ ਚੰਦ ਸਾਹਿਬ ਜੀ ਦੇ ਮੁਖੋਂ ਸੁਣ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਹਮ ਪਿਤ ਤੇ ਇਸ ਪਿਤਾ ਮਹਾਨੇ। ਮਹਾਰਾਜ ਕਹਿਣ ਲੱਗੇ ਬਾਬਾ ਬਿਧੀ ਚੰਦ ਜੀ ਸਰਬ ਠਰਮਾ ਰੱਖੋ, ਸਹਿਜ ਰੱਖੋ, ਸਾਡੇ ਬਚਨ ਨੂੰ ਸੁਣੋ। ਜਿਹੜਾ ਅਸੀਂ ਥੱਲੇ ਬੈਠੇ ਆ ਨਾ ਇਹਦਾ ਕਾਰਨ ਹੈ, ਇਹਦਾ ਕਾਰਨ ਇਹ ਹੈ ਕਿ ਸਾਡੇ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਸਨ
ਉਹ ਬਾਬੇ ਪ੍ਰਿਥੀ ਚੰਦ ਤੋਂ ਛੋਟੇ ਭਰਾਤਾ ਸਨ। ਸੋ ਇਸ ਕਰਕੇ ਸਾਡੇ ਪਿਤਾ ਵੀ ਇਹਨਾਂ ਦੇ ਛੋਟੇ ਸਨ ਤੇ ਅਸੀਂ ਵੀ ਇਹਨਾਂ ਤੋਂ ਛੋਟੇ ਆ। ਆਪਣੇ ਵੱਡਿਆਂ ਦੇ ਸਤਿਕਾਰ ਕਰਕੇ ਅਸੀਂ ਨੀਵੇਂ ਥਾਂ ਬੈਠੇ ਆ। ਅਰ ਏ ਬੈ ਮੈਂ ਅਹੀਂ ਵਡੇਰੇ। ਇਹ ਬਾਬਾ ਮਿਹਰਬਾਨ ਜੀ ਵੀ ਮੇਰੇ ਤੋਂ ਉਮਰ ਕਰਕੇ ਵੱਡੇ ਹਨ, ਇਹ ਮੇਰੇ ਵੱਡੇ ਭਰਾ ਹਨ। ਹਮ ਜਨਮੇ ਪੀਛੇ ਸੋ ਛੁਟੇਰੇ। ਅਸੀਂ ਇਹਨਾਂ ਤੋਂ ਬਾਅਦ ਜਨਮ ਲਿਆ ਹੈ, ਅਸੀਂ ਬਾਅਦ ਵਿੱਚ ਜਨਮ ਲੈ ਕਰਕੇ ਆਏ ਆ, ਛੋਟੇ ਹਾਂ। ਉੱਚੇ ਉਚਿਤ ਬੜੋ ਏ ਭਾਈ। ਹਾਂ, ਇਸ ਕਰਕੇ ਉੱਚੀ ਅਹੁਦੇ ਤੇ ਉੱਚੇ ਅਸਥਾਨ ਤੇ ਉੱਚੇ ਆਸਨ ਦੇ ਬਹਿਣ ਦੇ ਅਧਿਕਾਰੀ ਹਨ, ਕਿਉਂਕਿ ਇਹ ਸਾਡੇ ਵੱਡੇ ਭਰਾਤਾ ਹਨ। ਹਮ ਨੀਚੇ ਬੈਠਨ ਬਨ ਆਈ। ਅਸੀਂ ਇਹਨਾਂ ਤੋਂ ਛੋਟੇ ਭਰਾਤਾ ਹਾਂ, ਇਸ ਕਰਕੇ ਵੱਡਿਆਂ ਦੇ ਬਰਾਬਰ ਬਹਿਣ ਦਾ ਸਾਨੂੰ ਬਣ ਨਹੀਂ ਆਉਂਦਾ। ਸੁਨ ਗੁਰ ਬਚ ਤੂਸ਼ਨ ਹੋਏ ਰਹੇ। ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਸੁਣ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਉਸੇ ਵੇਲੇ ਤੂਸ਼ਣ ਹੋ ਗਏ, ਚੁੱਪ ਕਰ ਗਏ। ਦੁਖਤ ਬੇਦਬੀ ਨੈ ਸਿੱਖ ਸਾਏ। ਖਾਲਸਾ ਜੀ, ਗੁਰੂ ਦੀ ਬੇਅਦਬੀ ਇਹ ਤਾਂ ਸਿੱਖ ਕਦੇ ਵੀ ਪ੍ਰਵਾਨ ਨਹੀਂ ਕਰਦੇ। ਐਸਾ ਦੁੱਖ ਦਾ, ਬੇਅਦਬੀ ਦਾ ਜੋ ਦੁੱਖ ਹੈ ਉਹ ਅੰਦਰ ਬਹੁਤ ਦੁੱਖ ਦੇ ਰਿਹਾ ਹੈ। ਕਿਤ ਕਬੀਰ ਬੋਲਿਓ ਨੈ ਜਬੇ। ਕੁਝ ਸਮਾਂ ਸਤਿਗੁਰੂ ਸਾਹਿਬ ਜੀ ਆਪਣੇ ਸਿੱਖਾਂ ਦੇ ਸਹਿਤ ਬੈਠੇ ਰਹੇ ਹਨ, ਪਰ ਬਾਬਾ ਮਿਹਰਬਾਨ ਹੰਕਾਰ ਵਿੱਚ ਆਏ, ਕੋਈ ਬਚਨ ਨਹੀਂ। ਕੋਈ ਜੀ ਆਇਆ ਨੂੰ, ਕੋਈ ਆਓ ਭਗਤ, ਕੋਈ ਉੱਚੇ ਥਾਂ ਉੱਤੇ ਬੈਠਣਾ, ਕੋਈ ਦੁੱਖ ਸੁੱਖ ਹਾਲ ਚਾਲ, ਕਿਸੇ ਤਰ੍ਹਾਂ ਦਾ ਕੋਈ ਬਚਨ ਨਹੀਂ, ਚੁੱਪਚਾਪ ਬੈਠਾ ਰਿਹਾ। ਮ੍ਰਿਦੁਲ ਗੇਰਾ ਸ਼੍ਰੀ ਗੁਰ ਕੈ ਤਬੇ। ਕੁਝ ਸਮਾਂ ਬੀਤ ਗਿਆ, ਫਿਰ ਗਰੀਬ ਨਵਾਜ ਪਾਤਸ਼ਾਹ ਛੇਵੇਂ ਗੁਰੂ ਨਾਨਕ ਸਤਿਗੁਰੂ ਜੀ ਆਪਣੇ ਮੁਖ ਸ਼੍ਰੀ ਕੰਠ ਤੋਂ ਬੜੇ ਮਿੱਠੇ ਬੋਲ ਬੋਲੇ ਨੇ। ਕਰੋ ਬਦਨ ਸਨ ਮੁਖ ਰਿਸ ਛੋਰ। ਸੱਚੇ ਪਾਤਸ਼ਾਹ ਕਹਿਣ ਲੱਗੇ, ਵੱਡੇ ਭਰਾਤਾ ਬਾਬਾ ਮਿਹਰਬਾਨ ਜੀ, ਕਿਉਂ ਆਪਣੇ ਮਨ ਵਿੱਚ ਇਸ ਤਰ੍ਹਾਂ ਕ੍ਰੋਧ ਰੱਖਿਆ ਹੈ? ਕਿਉਂ ਆਪਣੇ ਮਨ ਵਿੱਚ ਇਸ ਤਰ੍ਹਾਂ ਈਰਸ਼ਾ ਦੇ ਵਿੱਚ ਸੜਬਲ ਰਹੇ ਹੋ? ਮੇਰੇ ਸਾਹਮਣੇ ਮੁਖ ਨਾਲ ਮੁਖ ਮਿਲਾਓ, ਨੇਤਰਾਂ ਨਾਲ ਨੇਤਰ ਮਿਲਾਓ ਤੇ ਮਿੱਠੇ ਬੋਲ ਬਚਨ ਬਿਲਾਸ ਕਰੋ। ਸੁਖ ਕੇ ਬਾਕ ਕਉ ਮਮ ਓਰ। ਸੁਖ ਦੀ ਬਾਤ, ਸੁਖ ਦਾ ਕੋਈ ਬਚਨ ਬਿਲਾਸ ਸਾਡੇ ਨਾਲ ਕਰਨਾ ਕਰੋ, ਅਸੀਂ ਚੱਲ ਕੇ ਆਏ ਹਾਂ। ਕਿਉਂ ਪੁਕਾਰ ਕਰਤੇ ਤੁਮ ਫਿਰੋ। ਕਿਉਂ ਤੁਸੀਂ ਦਰ ਦਰ ਤੇ ਜਾ ਕੇ ਪੁਕਾਰਾ ਕਰ ਰਹੇ ਹੋ? ਕਿਉਂ ਇਹਨਾਂ ਤੁਰਕਾਂ ਦੇ ਕੋਲ ਆ ਕਰਕੇ ਜਲੀਲ ਹੋ ਰਹੇ ਹੋ? ਇਹਨਾਂ ਦੇ ਕੋਲ ਆ ਕੇ ਫਰਿਆਦੀ ਬਣ ਰਹੇ ਹੋ? ਬਸੋ ਸੁਦਾਸਰਪੁਰ ਮੈਂ ਥਿਰੋ। ਤੁਹਾਡਾ ਘਰ ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਵਿੱਤਰ ਅਸਥਾਨ, ਉਹ ਧਰਤੀ ਹੈ, ਉੱਥੇ ਜਾ ਕੇ ਬਸੋ, ਆਪਣੇ ਘਰ ਵਿੱਚ ਰਹਿਣਾ ਕਰੋ। ਕਿਉਂ ਤੁਸੀਂ ਇਸ ਤਰ੍ਹਾਂ ਬੇਅਰਥ ਹੀ ਆਪਣਾ ਸਮਾਂ ਗਵਾ ਰਹੇ ਹੋ? ਕਰ ਧਨ ਭੂਮ ਪਦਾਰਥ ਜੋਏ। ਤੁਹਾਡਾ ਘਰ, ਧਰਤੀ, ਭੂਮੀ, ਹੋਰ ਵੀ ਜੋ ਵੀ ਪਦਾਰਥ ਤੁਹਾਨੂੰ ਮਨ ਵਿੱਚ ਆਉਂਦਾ ਹੈ, ਜੋ ਵੀ ਤੁਹਾਨੂੰ ਚਾਹੀਦਾ ਹੈ, ਕਉ ਆਪਾਮ ਦੇਵੇਂ ਸੋਏ। ਆਪਣੇ ਮੁਖ ਤੋਂ ਬੋਲੋ ਤਾਂ ਸਹੀ, ਕਿਹੜੀ ਚੀਜ਼ ਚਾਹੀਦੀ ਹੈ? ਘਰ ਚਾਹੀਦਾ, ਜ਼ਮੀਨ ਚਾਹੀਦੀ ਹੈ, ਪਦਾਰਥ ਚਾਹੀਦੇ ਨੇ। ਜੋ ਵੀ ਤੁਸੀਂ ਮੁਖ ਤੋਂ ਕਹੋਗੇ ਅਸੀਂ ਉਹ ਦੇਣ ਲਈ ਹਮੇਸ਼ਾ ਹੀ ਤਿਆਰ ਬਰ ਤਿਆਰ ਹਾਂ। ਦੀਨ ਬਨ ਕਿਉਂ ਤੁਰਕ ਅਗਾਰੀ। ਪਰ ਜਿਹੜਾ ਤੁਸੀਂ ਇਹਨਾਂ ਤੁਰਕਾਂ ਦੇ ਕੋਲ ਆ ਕੇ ਦੀਨ ਬਣੇ ਹੋ, ਫਰਿਆਦੀ ਬਣੇ ਹੋ, ਇਹਨਾਂ ਦੇ ਸਾਹਮਣੇ ਜਾ ਕੇ ਇਨਸਾਫ ਦੀ ਮੰਗ ਕਰਦੇ ਹੋ, ਬੜਾ ਦੁੱਖ ਦਿੰਦਾ ਹੈ। ਏਕੋ ਲਾਜ ਹਮਾਰ ਤੁਮਾਰੀ। ਜਿਹੜੀ ਸਾਡੀ ਤੇ ਤੁਹਾਡੀ ਵੰਸ਼ ਹੈ ਨਾ, ਇੱਕੋ ਹੀ ਵੰਸ਼ ਆ। ਤੁਸੀਂ ਵੀ ਗੁਰੂ ਰਾਮਦਾਸ ਸਾਹਿਬ ਦੀ ਵੰਸ਼ ਦੇ ਵਿੱਚੋਂ ਹੋ ਤੇ ਅਸੀਂ ਵੀ ਗੁਰੂ ਰਾਮਦਾਸ ਸਾਹਿਬ ਦੀ ਵੰਸ਼ ਦੇ ਮਾਤ ਹਾਂ। ਤੇ ਜਦੋਂ ਤੁਸੀਂ ਜਾ ਕਰਕੇ ਉਸ ਦਰਬਾਰ ਦੇ ਫਰਿਆਦੀ ਬਣਦੇ ਹੋ ਤੇ ਉਸ ਦਰਬਾਰ ਵਿੱਚ ਇਹ ਗੱਲ ਪਹੁੰਚਦੀ ਹੈ ਵੀ ਗੁਰੂ ਰਾਮਦਾਸ ਦੇ ਪੁੱਤਰ ਇੱਥੇ ਫਰਿਆਦੀ ਬਣ ਕੇ ਆਏ ਆ। ਸਾਡੀ ਤੁਹਾਡੀ ਇੱਕੋ ਹੀ ਲਾਜ ਹੈ, ਇੱਕੋ ਹੀ ਸਾਡੀ ਤੁਹਾਡੀ ਆਰਬੂ ਇੱਜ਼ਤ ਹੈ। ਗੁਰੂ ਪਦਾਰਥ ਸਗਰੇ ਦੀਨੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਘਰ ਵਿੱਚ ਕੋਈ ਕਮੀ ਹੈ ਹੀ ਨਹੀਂ। ਮਹਾਰਾਜ ਸਾਹਿਬ ਜੀ ਨੇ ਹਰੇਕ ਪ੍ਰਕਾਰ ਦੇ, ਸਭ ਤਰ੍ਹਾਂ ਦੇ ਪਦਾਰਥ, ਚਾਰ ਪਦਾਰਥ ਜੋ ਹਨ ਸਾਡੇ ਘਰ ਵਿੱਚ ਸਾਨੂੰ ਬਖਸ਼ੇ ਨੇ। ਕਿਉਂ ਨਾ ਮਿਲੋ ਉਗਤੋ ਸੁਖ ਪੀਨੇ। ਕਿਉਂ ਨਹੀਂ ਤੁਸੀਂ ਆਪਸ ਵਿੱਚ ਮੇਲ ਕਰਦੇ? ਕਿਉਂ ਨਹੀਂ ਤੁਸੀਂ ਸੰਧੀ ਸਹਿਮਤੀ ਸੁਲਾਹ ਕਰਦੇ ਜਿਹਦੇ ਨਾਲ ਸੁਖ ਭੋਗ ਸਕੋ? ਇੱਕ ਤੋ ਜਗ ਮੈਂ ਅਪਜਸ ਪਾਵੋ। ਬਾਬਾ ਮਿਹਰਬਾਨ ਜੀ, ਵਿਚਾਰ ਕਰਕੇ ਦੇਖੋ,
ਤੁਸੀਂ ਸਾਡੇ ਨਾਲ ਇਸ ਤਰ੍ਹਾਂ ਮਨ ਮੁਟਾਵ ਕਰਦੇ ਹੋ ਤੇ ਸੰਸਾਰ ਦੇ ਵਿੱਚ ਅਪਜਸ ਹੁੰਦਾ ਹੈ, ਸੰਸਾਰ ਦੇ ਵਿੱਚ ਲੋਕ ਗੱਲਾਂ ਕਰਦੇ ਹਨ। ਦੂਜੇ ਹਮਸੋਂ ਬੈਰ ਬੜਾਵੋ। ਫਿਰ ਤੁਸੀਂ ਇੱਕ ਤਾਂ ਸਾਡੇ ਨਾਲ ਮਨ ਮੁਟਾਵ ਕੀਤਾ, ਲੋਕ ਗੱਲਾਂ ਕਰਦੇ ਆ, ਫਿਰ ਤੁਸੀਂ ਵੈਰ ਕੀਤਾ ਹੋਇਆ ਗੁਰੂ ਨਾਨਕ ਦੇ ਘਰ ਨਾਲ। ਤੋ ਨ ਆਇਓ ਕੁਛ ਹਾਥ ਤੁਮਾਰੇ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਤੁਹਾਨੂੰ ਹਾਸਲ ਤਾਂ ਕੁਝ ਨਹੀਂ ਹੋਇਆ, ਪ੍ਰਾਪਤੀ ਤਾਂ ਫਿਰ ਵੀ ਤੁਹਾਨੂੰ ਨਹੀਂ ਹੋਈ ਹੈ। ਪਿਤਾ ਆਦ ਤੇ ਲਿਓ ਵਿਚਾਰੇ। ਇਹ ਜਿਹੜਾ ਵੈਰ ਸੀ ਇਹ ਤੁਹਾਡੇ ਪਿਤਾ ਬਾਬਾ ਪ੍ਰਿਥੀ ਚੰਦ ਜੀ ਤੋਂ ਸ਼ੁਰੂ ਹੋਇਆ ਸੀ। ਹੁਣ ਉਹ ਸਵਰਗ ਸੁਧਾਰ ਗਏ ਆ, ਪਰ ਲੋਕ ਸੁਧਾਰ ਗਏ ਨੇ। ਆ ਹੁਣ ਤੁਸੀਂ ਉਹ ਜ਼ਿੰਮੇਵਾਰੀ ਸੰਭਾਲ ਲਈ ਹੈ। ਤੁਸੀਂ ਵਿਚਾਰ ਕਰਤੇ ਦੇਖੋ, ਸਾਰਾ ਜੀਵਨ ਤੁਹਾਡੇ ਪਿਤਾ ਜੀ ਵਿਰੋਧ ਕਰਦੇ ਰਹੇ ਹੈ, ਹੁਣ ਤੁਸੀਂ ਕਰਨ ਲੱਗ ਪਏ ਹੋ। ਪ੍ਰਾਪਤੀ ਕੀ ਕੀਤੀ ਹੈ? ਇੰਨਾ ਸਮਾਂ ਵਿਰੋਧ ਕਰਕੇ ਪ੍ਰਾਪਤੀ ਕੀ ਹੋਈ ਹੈ? ਬੀਤ ਗਿਓ ਇਮਈ ਚਿਰ ਕਾਲੋ। ਇਸੇ ਤਰ੍ਹਾਂ ਵਿਰੋਧ ਕਰਦਿਆਂ ਕਰਦਿਆਂ ਬਾਬਾ ਮਿਹਰਬਾਨ ਜੀ ਬਹੁਤ ਲੰਮਾ ਸਮਾਂ ਬੀਤ ਗਿਆ ਹੈ। ਰਹੇ ਬਦਾਵਤ ਬੈਰ ਬਿਸਾਲੂ। ਇੰਨੇ ਸਮੇਂ ਦੇ ਵਿੱਚ ਵੈਰ ਹੀ ਵੱਧ ਰਿਹਾ, ਹੋਰ ਤਾਂ ਕੁਝ ਵਧਿਆ ਨਹੀਂ। ਰੋਜ਼ਾਨਾ ਹੀ ਕੋਈ ਨਾ ਕੋਈ ਨਵੀਂ ਗੱਲ ਕਰਕੇ ਤੁਸੀਂ ਦੁੱਖ ਬਣਾ ਰਹੇ ਹੋ। ਔਗਨ ਤਿਸ ਮੈਂ ਪਾਏ ਅਨੇਕ। ਦੇਖੋ ਇੰਨੇ ਲੰਮੇ ਸਮੇਂ ਤੋਂ ਵੈਰ ਵਧਾਉਂਦਿਆਂ ਕਿੰਨੇ ਹੋਰ ਔਗਣ ਵਿੱਚੋਂ ਪ੍ਰਗਟ ਹੋ ਗਏ, ਕਿੰਨੀਆਂ ਹੋਰ ਵਿਚਾਰਾਂ ਇੱਕ ਵੈਰ ਦੇ ਵਿੱਚੋਂ ਹੋਰ ਨਿਕਲ ਕੇ ਆ ਗਈਆਂ ਨੇ। ਕਰ ਦੇਖੋ ਨਿਜ ਹਿਰਦੇ ਵਿਵੇਕ। ਇਹ ਤੁਸੀਂ ਵਿਵੇਕ ਬੁੱਧੀ ਦੇ ਨਾਲ, ਜੇ ਸਿਆਣਪ ਦੇ ਨਾਲ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਵਿਚਾਰ ਕਰੋਗੇ, ਮੁਲਾਂਕਣ ਕਰੋਗੇ। ਸੁਨ ਕਰ ਮਿਹਰਬਾਨ ਬਚ ਪੇਲਾ। ਇਸ ਵੇਲੇ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕਰਕੇ ਬਾਬਾ ਮਿਹਰਬਾਨ ਫਿਰ ਉਹਨਾਂ ਬਚਨਾਂ ਨੂੰ ਉਲਟਾ ਕੇ ਬੋਲਿਆ ਹੈ। ਹਮਰੋ ਤੁਮਰੋ ਕਿਉਂ ਹੋ ਨਾ ਮੇਲਾ। ਕਹਿਣ ਲੱਗਾ ਜੇ ਤੁਸੀਂ ਸੌਂਦੇ ਹੋ ਵੀ ਆਪਾਂ ਸੰਧੀ ਕਰ ਲਈਏ, ਸੁਲ੍ਹਾ ਕਰ ਲਈਏ, ਸਹਿਮਤੀ ਕਰ ਲਈਏ, ਕਹਿੰਦਾ ਮੇਰਾ ਤੇ ਤੁਹਾਡਾ ਕਦੇ ਵੀ ਮੇਲ ਨਹੀਂ ਹੋ ਸਕਦਾ, ਮੇਰੀ ਤੇ ਤੁਹਾਡੀ ਕਿਸੇ ਤਰ੍ਹਾਂ ਵੀ ਕੋਈ ਸੰਧੀ ਨਹੀਂ ਬਣ ਸਕਦੀ। ਤੁਮ ਪੀ ਸਾਚ ਕਹਿ ਤੋ ਤਾਵਤ। ਤੁਸੀਂ ਜਿਹੜਾ ਅੱਜ ਗੱਲਾਂ ਕਰ ਰਹੇ ਹੋ ਨਾ, ਕਹਿ ਤਾਂ ਤੁਸੀਂ ਸੱਚ ਹੀ ਰਹੇ ਹੋ। ਕੋਈ ਨਾ ਆਂਚ ਲਗੀ ਉਰ ਜਾਵਤ। ਤੁਹਾਨੂੰ ਕੋਈ ਆਂਚ ਨਹੀਂ ਲੱਗੀ, ਤੁਹਾਨੂੰ ਕਿਹੜਾ ਕੋਈ ਕਿਸੇ ਨੇ ਘਰੋਂ ਕੱਢਿਆ ਹੈ, ਜਾਂ ਤੁਹਾਨੂੰ ਕਿਹੜਾ ਕਿਤੇ ਜਾ ਕੇ ਫਰਿਆਦੀ ਬਣਨਾ ਪੈ ਰਿਹਾ ਹੈ, ਤਾਂ ਤੁਸੀਂ ਗੱਲਾਂ ਕਰਦੇ ਹੋ। ਸੁਖ ਮੈਂ ਸੁਪਤੋ ਚਿੰਤ ਨ ਕਾਈ। ਤੁਸੀਂ ਤਾਂ ਆਪਣੇ ਘਰ ਵਿੱਚ ਬੜੇ ਸੁੱਖ ਦੇ ਨਾਲ ਸੌਂਦੇ ਹੋ, ਕੋਈ ਚਿੰਤਾ ਨਹੀਂ ਹੈ ਤੁਹਾਨੂੰ, ਬੜੀ ਸੁੱਖ ਦੀ ਨੀਂਦਰ ਲੈਂਦੇ ਹੋ। ਨਹੀਂ ਪਿਤਾ ਤੇ ਕੁਛ ਬਨ ਆਈ। ਇਸੇ ਤਰ੍ਹਾਂ ਮੇਰੇ ਪਿਤਾ ਜੀ ਦਾ ਜਿਸ ਤਰ੍ਹਾਂ ਦੇ ਨਾਲ ਇਸ ਵਿਵਾਦ ਦੇ ਵਿੱਚ ਨੁਕਸਾਨ ਹੋਇਆ, ਉਹ ਤੇ ਕੋਈ ਵੀ ਗਿਣਿਆ ਜਾ ਸਕਦਾ। ਕਹਿ ਭੇਜਿਓ ਮੁਝ ਪ੍ਰਤ ਜਬ ਅੰਤ। ਇਸ ਵਿਵਾਦ ਦੇ ਵਿੱਚ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ, ਪਰ ਉਹ ਜਾਂਦੇ ਜਾਂਦੇ ਅਖੀਰਲੇ ਸਮੇਂ ਜੋ ਮੈਨੂੰ ਕਹਿ ਕੇ ਗਏ ਹਨ। ਏ ਸੁਤ ਜਾਨੋ ਸਕਲ ਬਿਰਤਾਂਤ। ਮੇਰੇ ਪਿਤਾ ਜੀ ਜਾਣ ਲੱਗੇ ਕਹਿ ਕੇ ਗਏ ਸੀ, ਐ ਪੁੱਤਰ ਮਿਹਰਬਾਨ ਤੂੰ ਸਾਰਾ ਹੀ ਬਿਰਤਾਂਤ ਭਲੀ ਪ੍ਰਕਾਰ ਨਾਲ ਜਾਣਦਾ ਹੈ। ਜਿਉਂ ਕਿਉਂ ਕਰ ਪਲਟਾ ਲਿਓ ਮੇਰੋ। ਅੱਜ ਮੈਂ ਚੜ੍ਹਾਈ ਕਰਨ ਲੱਗਾ, ਮੇਰੇ ਸਵਾਸ ਪੂਰੇ ਹੋ ਗਏ, ਪਰ ਮੇਰੀ ਅੰਤਮ ਇੱਛਾ ਇਹੋ ਹੀ ਹੈ ਵੀ ਜਿਵੇਂ ਕਿਵੇਂ ਕਰਕੇ ਤੂੰ ਮੇਰੇ ਇਸ ਮੌਤ ਦਾ ਬਦਲਾ ਜ਼ਰੂਰ ਲੈਣਾ ਹੈ। ਸਭ ਜਗ ਗੁਰਤਾ ਆਪਣੀ ਹੀਰੋ। ਨਾਲੇ ਇਹ ਗੱਲ ਜਾਣਨੀ ਹੈ, ਸਾਰੇ ਸੰਸਾਰ ਦੇ ਵਿੱਚ ਜਿਹੜੀ ਗੁਰਤਾ ਗੱਦੀ ਹੈ, ਇਹਦੇ ਵਾਰਿਸ ਤੂੰ ਹੀ ਜਾਣਨਾ ਆਪਣੇ ਆਪ ਨੂੰ। ਸੁਤ ਪਿਤ ਕੋ ਕਹਿ ਕੈਦ ਕਰਾਵੇਂ। ਇੱਕ ਕੋਸ਼ਿਸ਼ ਜ਼ਰੂਰ ਕਰਨੀ ਹੈ, ਜੇ ਹੋ ਸਕੇ ਤਾਂ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੋਵਾਂ ਨੂੰ ਕਹਿ ਕਰਕੇ ਕੈਦ ਜੇਲ੍ਹ ਦੀਆਂ ਸਲਾਖਾਂ ਵਿੱਚ ਕਰਾਉਣਾ ਹੈ। ਕਹਿ ਉਪਾਏ ਤੇ ਪ੍ਰਾਨ ਗਵਾਵੇਂ। ਜੇ ਕੋਈ ਉਪਾਏ ਹੋ ਗਏ ਤਾਂ ਇਹਨਾਂ ਦੋਹਾਂ ਨੂੰ ਕਤਲ ਜ਼ਰੂਰ ਕਰਾ ਦੇਵੇਂ। ਵਸਤ ਪਿਤਾਮੇ ਕੀ ਲਿਓ ਸਾਰੀ। ਜਿਹੜੀ ਪਿਤਾਮੇ ਸਤਿਗੁਰੂ ਪਿਤਾਮਾ ਕਹਿੰਦੇ ਆ ਦਾਦੇ ਨੂੰ, ਜਿਹੜੀ ਪਿਤਾਮੇ ਸਤਿਗੁਰੂ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਸਤੂ ਹੈ ਨਾ, ਜੋ ਉਸ ਗੁਰਤਾ ਗੱਦੀ ਹੈ, ਉਹ ਸਾਰਾ ਰਾਜ ਭਾਗ ਹੈ, ਉਹਦੇ ਵਾਰਿਸ ਤੂੰ ਬਣਨਾ ਹੈ। ਤੋ ਸੁਪੁੱਤਰ ਹੋਵੇ ਸੁਖਕਾਰੀ। ਇਹ ਮੇਰੀ ਇਹ ਅੰਤਮ ਇੱਛਾ ਨੂੰ ਹੈ ਪੁੱਤਰ ਤੂੰ ਪੂਰੀ ਕਰ ਦੇਵੇਂ, ਤਾਂ ਮੈਂ ਤੈਨੂੰ ਆਪਣਾ ਸੁਪੁੱਤਰ ਗੁਣਾਂਗਾ। ਪ੍ਰਾਨ ਜਾਨ ਲੋ ਮਿਲੋ ਨ ਕਬੇ। ਇਸ ਕਰਕੇ ਮੇਰੇ ਪਿਤਾ ਜੀ ਇਹ ਗੱਲ ਕਹਿ ਕੇ ਗਏ ਸੀ ਕਿ ਭਾਵੇਂ ਸਰੀਰ ਵਿੱਚ ਪ੍ਰਾਣ ਜਦੋਂ ਤੱਕ ਵੀ ਰਹਿਣਗੇ, ਇਹ ਗੱਲ ਪੱਕੀ ਦ੍ਰਿੜ ਕਰਕੇ ਰੱਖਣੀ ਆ ਵੀ ਪ੍ਰਾਣਾਂ ਦੇ ਰਹਿੰਦਿਆਂ ਤੱਕ ਇਹ ਸੰਧੀ ਨਹੀਂ ਕਰਨੀ।
ਇਹ ਮੇਰੇ ਪਿਤਾ ਬਾਬਾ ਪ੍ਰਿਥੀ ਚੰਦ ਮੈਨੂੰ ਕਹਿ ਕੇ ਗਏ ਨੇ। ਇਹ ਉਪਦੇਸ਼ ਤਰੋਂ ਬੈ ਸਬੇ, ਇਹ ਮੇਰੇ ਉਪਦੇਸ਼ ਨੂੰ ਸਾਰੀ ਉਮਰ ਵਾਸਤੇ ਤੂੰ ਧਾਰਨ ਕਰਕੇ ਰੱਖਣਾ ਹੈ। ਅਬ ਮੈਂ ਲਾਗਿਓ ਰਚਨ ਉਪਾਏ, ਇਸ ਕਰਕੇ ਮੈਂ ਤਾਂ ਹੁਣ ਉਸੇ ਵਿਧੀ ਦੇ ਨਾਲ ਉਸ ਉਪਦੇਸ਼ ਨੂੰ ਦ੍ਰਿੜ ਕਰ ਰਿਹਾ ਤੇ ਉਹਦੇ ਲਈ ਉਪਚਾਰ ਕਰ ਰਿਹਾ, ਉਪਾਅ ਬਣਾ ਰਿਹਾ। ਤੁਮੇ ਸੁਦਾ ਸਰ ਤੇ ਨਿਕਸਾਏ, ਹੁਣ ਮੈਂ ਕੋਸ਼ਿਸ਼ ਕਰ ਰਿਹਾ, ਮੇਰੇ ਉਪਚਾਰ ਨੂੰ ਬੂਰ ਪੈ ਰਿਹਾ, ਮੇਰੀ ਕੋਸ਼ਿਸ਼ਾਂ ਨੂੰ ਬੜੀ ਸਫਲਤਾ ਮਿਲ ਰਹੀ ਹੈ। ਹੁਣ ਮੈਂ ਤੁਹਾਨੂੰ ਉੱਥੇ ਛੇਤੀ ਤੋਂ ਛੇਤੀ ਅੰਮ੍ਰਿਤਸਰ ਤੋਂ ਕਢਾ ਦੇਵਾਂਗਾ। ਪਰੋ ਕੈਦ ਕਹਿ ਜਾਓ ਪਲਾਈ, ਜਾਂ ਤਾਂ ਫਿਰ ਤੁਹਾਨੂੰ ਉੱਥੇ ਕੈਦ ਵਿੱਚ ਜਾਣਾ ਪਏਗਾ ਜਾਂ ਤੁਸੀਂ ਛੱਡ ਕੇ ਭੱਜ ਜਾਓਗੇ। ਤਬ ਸੁਪੁੱਤਰਤਾ ਮੁਝ ਬਨ ਆਈ, ਜਦੋਂ ਤੁਸੀਂ ਉੱਥੋਂ ਛੱਡ ਕੇ ਭੱਜ ਜਾਓਗੇ ਉੱਥੇ ਵਾਰਿਸ ਮੈਂ ਬਣ ਜਾਵਾਂਗਾ, ਫਿਰ ਮੈਂ ਆਪਣੇ ਆਪ ਦੀ ਸੁਪੁੱਤਰਤਾ ਦੀ ਜੋ ਉਪਾਧੀ ਆ ਉਹ ਹਾਸਲ ਕਰਾਂਗਾ। ਮਹਾਪੁਰਖ ਪੂਰਨ ਪਿਤ ਮੇਰੂ, ਮੇਰੇ ਜਿਹੜੇ ਪਿਤਾ ਬਾਬਾ ਪ੍ਰਿਥੀ ਚੰਦ ਜੀ ਸੀ ਉਹ ਮਹਾਪੁਰਸ਼ ਸੀ, ਪੂਰਨ ਪੁਰਸ਼ ਸਨ। ਕਏ ਬਾ ਕੋਈ ਸਾਚ ਬਡੇਰੂ, ਮੇਰੇ ਪਿਤਾ ਦੇ ਕਹੇ ਹੋਏ ਬਾਤ ਕਿਸੇ ਵੀ ਕਾਲ ਵਿੱਚ ਕਦੇ ਝੂਠੇ ਨਹੀਂ ਜਾ ਸਕਦੇ, ਸਦਾ ਸੱਚ ਹੋ ਕੇ ਰਹਿਣਗੇ। ਅੰਤ ਸਮੇਂ ਮੈਂ ਜਥਾ ਉਚਾਰਾ, ਅੰਤ ਸਮੇਂ ਦੇ ਵਿੱਚ ਅੰਤਲੇ ਸਮੇਂ ਅੰਤਲੇ ਸਵਾਸਾਂ ਤੇ ਜੋ ਉਹਨਾਂ ਨੇ ਮੇਰੇ ਨਾਲ ਵਾਅਦਾ ਬਚਨ ਬਿਲਾਸ ਕੀਤੇ, ਸੋ ਸ਼ੁਭ ਮੈਂ ਲਖ ਅੰਗੀਕਾਰਾ। ਮੈਂ ਉਹਨਾਂ ਬਚਨਾਂ ਨੂੰ ਸ਼ੁਭ ਕਾਰਨ ਕਰ ਸ਼ੁਭ ਬਚਨ ਜਾਣ ਕਰਕੇ ਆਪਣੇ ਅੰਗੀਕਾਰ ਕੀਤਾ, ਪੱਲੇ ਬੰਨੇ ਹਨ। ਪਿਤਾ ਪੁੱਤਰ ਤੁਮ ਲਾਜ ਨ ਧਰਹੁ, ਤੁਸੀਂ ਪਿਤਾ ਪੁੱਤਰ ਨੇ ਕਿਸੇ ਤਰ੍ਹਾਂ ਦੀ ਕੋਈ ਲਾਜ ਨਹੀਂ ਧਰੀ, ਆਪਣੇ ਪਰਿਵਾਰ ਵੱਡੇ ਭਰਾਤਾ ਦਾ ਕੋਈ ਖਿਆਲ ਨਹੀਂ ਰੱਖਿਆ। ਮੇਲ ਕਰਨ ਕੋ ਬੋ ਬਾਰ ਉਚਰੋ, ਮੇਲ ਕਰਨ ਲਈ ਤੇ ਬੜੀ ਛੇਤੀ ਆ ਗਏ ਹੋ, ਮੇਲ ਕਰਨ ਲਈ ਤੁਸੀਂ ਵਾਰ-ਵਾਰ ਹੁਣ ਕੋਸ਼ਿਸ਼ਾਂ ਕਰ ਰਹੇ ਹੋ। ਉਰੀ ਪਿਤਾ ਮੇ ਕੀ ਸਭ ਚੀਨ, ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਸੰਧੀ ਕਰ ਲਈਏ, ਤੁਸੀਂ ਸਾਡੇ ਨਾਲ ਮੇਲ ਕਰਨ ਦੀ ਕੋਈ ਗੁੰਜਾਇਸ਼ ਰੱਖੀ ਨਹੀਂ। ਪਿਤਾਮੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਜੋ ਪੁਰੀ ਸ੍ਰੀ ਅੰਮ੍ਰਿਤਸਰ ਸਾਹਿਬ ਸੀ ਉਹ ਵੀ ਸਾਡੇ ਤੋਂ ਖੋਹ ਲਿਆ। ਲਗੇ ਕਹਾਵਨ ਗੁਰੂ ਪ੍ਰਬੀਨ, ਤੇ ਉੱਥੇ ਬੈਠ ਕਰਕੇ ਹੁਣ ਤੁਸੀਂ ਆਪਣੇ ਆਪ ਨੂੰ ਪ੍ਰਬੀਨ ਗੁਰੂ ਬਣ ਬੈਠੇ ਹੋ। ਪਿਤਾ ਕਿਰਪਾਲ ਨ ਮਨ ਮੈਂ ਲਿਆਏ, ਪਿਤਾ ਦੀ ਕਿਰਪਾਲਤਾ ਨੂੰ ਆਪਣੇ ਮਨ ਵਿੱਚ ਵੀ ਨਹੀਂ ਲਿਆਂਦਾ ਹੈ। ਨਹੀਂ ਤਸੁਲਈ ਟਿਗ ਦੇਤ ਗਾਏ, ਕਹਿੰਦੇ ਉਹ ਤੇ ਮੇਰੇ ਪਿਤਾ ਦੀ ਕਿਰਪਾਲਤਾ ਸੀ, ਉਹ ਤੇ ਤਰਸ ਆ ਗਿਆ ਮੇਰੇ ਪਿਤਾ ਨੂੰ, ਨਹੀਂ ਤੇ ਸੁਲਹੀ ਖਾਨ ਤੋਂ ਤੁਹਾਨੂੰ ਕੈਦ ਕਰਵਾ ਦਿੰਦੇ। ਅਬ ਮੈਂ ਕਰੋ ਸੰਘਾਰਨ ਤੋਏ, ਹੁਣ ਕਹਿੰਦਾ ਮੇਰਾ ਪਿਤਾ ਤਾਂ ਕਰ ਨਹੀਂ ਸਕੇ, ਸੁਲਹੀ ਖਾਨ ਨੂੰ ਤਾਂ ਤੁਸੀਂ ਨਹੀਂ ਉਹ ਚੜ ਕੇ ਆ ਸਕਿਆ, ਹੁਣ ਮੈਂ ਉਹ ਜ਼ਿੰਮੇਵਾਰੀ ਨਿਭਾਵਾਂਗਾ। ਨੀਕੋ ਮੇਲ ਤਿਸੀ ਦਿਨ ਹੋਏ, ਜਿਹੜਾ ਤੁਸੀਂ ਮੇਲ ਕਹਿੰਦੇ ਹੋ ਨਾ ਇਹ ਤੇ ਉਸੇ ਦਿਨ ਹੀ ਚੰਗੀ ਤਰ੍ਹਾਂ ਕਰਾਂਗੇ ਜਿਸ ਦਿਨ ਤੁਹਾਨੂੰ ਅੰਮ੍ਰਿਤਸਰ ਸਾਹਿਬ ਵਿੱਚੋਂ ਬਾਹਰ ਕੱਢਾਂਗੇ। ਉਰ ਕਪਟੀ ਬਾਹਰ ਮਧੁਰਾਈ, ਕਹਿੰਦਾ ਤੁਸੀਂ ਤਾਂ ਬਾਰ-ਬਾਰ ਹੀ ਚੰਗੇ ਲੱਗਦੇ ਹੋ, ਮਿੱਠੇ ਬੋਲ ਬੋਲਦੇ, ਅੰਦਰ ਤਾਂ ਤੁਹਾਡੇ ਸਾਡੇ ਪ੍ਰਤੀ ਕਪਟ ਹੈ। ਇਮ ਤੁਮ ਪਿਤਾ ਸੀਖ ਸੋ ਪਾਈ, ਇਸੇ ਤਰ੍ਹਾਂ ਜੋ ਤੁਹਾਡੇ ਪਿਤਾ ਦਾ ਸੀ ਉਸੇ ਤਰ੍ਹਾਂ ਹੁਣ ਤੁਸੀਂ ਉਹ ਸਿੱਖਿਆ ਧਾਰਨ ਕਰ ਲਈ ਹੈ। ਸੁਨ ਸਿੱਖਨ ਪਾ ਕ੍ਰੋਧ ਵਿਸਾਲਾ, ਖਾਲਸਾ ਜੀ ਇਸ ਤਰ੍ਹਾਂ ਦੇ ਬਚਨ ਸਤਿਗੁਰੂ ਸਾਹਿਬ ਜੀ ਨੂੰ ਬਾਬਾ ਮਿਹਰਬਾਨ ਬੋਲਿਆ ਹੈ ਨਾ, ਤੇ ਨਾਲ ਗੁਰਸਿੱਖਾਂ ਦੇ ਖਾਲਸਾ ਜੀ ਹਿਰਦੇ ਛੱਲੀ ਛੱਲੀ ਹੋ ਰਹੇ ਆ। ਬੜਾ ਮਨ ਵਿੱਚ ਦੁੱਖ ਲੱਗ ਰਿਹਾ ਹੈ ਕਿ ਸਤਿਗੁਰੂ ਸਾਹਿਬ ਨਿਮਰਤਾ ਦੇ ਸਤਿਗੁਰਾਂ ਨੂੰ ਕਿਸ ਤਰ੍ਹਾਂ ਦੇ ਅਪਸ਼ਬਦ ਬੋਲ ਰਿਹਾ ਹੈ। ਕਹਿਰ ਗੁਰਨ ਬੜ ਨਿੰਦ ਕੁਚਾਲਾ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਨਿੰਦਿਆ ਕਰਦਾ ਹੈ, ਕੁਚਾਲ ਭੈੜੇ ਸ਼ਬਦ ਅਪਸ਼ਬਦ ਬੇਅਦਬ ਦੇ ਸ਼ਬਦ ਬੋਲਦਾ ਹੈ। ਜੇਠਾ ਸਿੱਖ ਪਿਰਾਣਾ ਆਦ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ ਤੇ ਆਦਿਕ ਹੋਰ ਵੀ ਜਿਹੜੇ ਸਿੱਖ ਹਨ, ਉਦਤ ਪਏ ਕਰ ਬੇਹਿਤ ਬਾਦ, ਤੇ ਖਾਲਸਾ ਜੀ ਉਸੇ ਵੇਲੇ ਤਿਆਰ ਬਰ ਤਿਆਰ ਹੋ ਗਏ ਵੀ ਹੁਣੇ ਹੀ ਇੱਥੇ ਆਪਾਂ ਇਹਦਾ ਨਬੇੜਾ ਕਰ ਲਈਏ। ਜੇ ਲੜ ਪਰੇ ਤਾਂ ਇਸ ਗੈ ਲੈ ਹੈ, ਕਹਿੰਦੇ ਜੇ ਕਿਤੇ ਕੋਈ ਵਿਧੀ ਬਣ ਜਾਵੇ ਨਾ, ਭਾਈ ਜੇਠਾ ਭਾਈ ਪਿਰਾਣਾ ਜੀ ਹੋਰ ਗੁਰਸਿੱਖ ਮਨ ਵਿੱਚ ਇਹ ਵਿਚਾਰ ਕਰਦੇ ਆ ਵੀ ਜੇ ਹੁਣ ਭਗਤਾ ਗਿਆ ਹੀ ਹੈ ਮੁੱਦਾ ਇਹ, ਤੇ ਜੇ ਕਿਤੇ ਕੋਈ ਵਿਧੀ ਬਣ ਜਾਵੇ, ਕੋਈ ਐਸਾ ਵਿਧਾਨ ਬਹਾਨਾ ਬਣ ਜਾਵੇ ਵੀ ਬਾਬਾ ਮਿਹਰਬਾਨ ਕਿਤੇ ਸਾਡੇ ਨਾਲ ਲੜ ਪਵੇ, ਬਸ ਕਹਿੰਦੇ ਫਿਰ ਸਵਾਦ ਆ ਜਾਏਗਾ, ਫਿਰ ਇਹਨੂੰ ਫੜ ਕੇ ਲੈ ਜਾਵਾਂਗੇ। ਨੀਕੀ ਸੀਖ ਬਣਾਏ ਸੁਦੈ ਹੈ, ਜਿਹੜੀ ਚੰਗੀ ਸਿੱਖਿਆ ਨਾ ਉਹਨੂੰ ਹੁਣ ਬਣਾ ਬਣਾ ਕੇ ਸਿਖਾ ਦੇਾਂਗੇ, ਐਸੀ ਕੋਈ ਵਿਧੀ ਬਣ ਜਾਏ। ਉੱਚ ਬੋਲਨ ਕੋ ਜਬੋਂ ਲਾਗੇ, ਜਦੋਂ ਬਾਬਾ
ਭਾਈ ਜੇਠਾ ਜੀ ਭਾਈ ਪਿਰਾਣਾ ਜੀ ਕੁਝ ਆਪਣੇ ਵੱਲੋਂ ਬੋਲਣ ਲੱਗੇ। ਨਿਸ਼ਠੁਰ ਬਾਕ ਕੋਪ ਮੈਂ ਪਾਗੇ। ਕ੍ਰੋਧ ਦੇ ਵਿੱਚ ਭਰੇ ਹੋਏ ਆ। ਸਤਿਗੁਰਾਂ ਦੇ ਬਚਨ ਐਸੇ ਬੋਲ ਸੁਣ ਕਰਕੇ, ਸਤਿਗੁਰਾਂ ਦੀ ਬੇਅਦਬੀ ਦੇ ਬੋਲ ਸੁਣ ਕਰਕੇ ਜਦੋਂ ਇਸ ਤਰ੍ਹਾਂ ਜਵਾਬੀ ਰੂਪ ਵਿੱਚ ਬੋਲਣ ਲੱਗੇ ਹਨ। ਫਿਰ ਗੁਰ ਹਰ ਗੋਬਿੰਦ ਹਟਾਏ। ਦੇ ਘਰ ਸਤਿਗੁਰੂ ਘਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਵੇਲੇ ਇਸ਼ਾਰਾ ਮਾਤਰ ਕਰਕੇ ਚੁੱਪ ਕਰਾ ਦਿੱਤੇ ਹਨ। ਹਮ ਚੱਲ ਕਰ ਡੇਰੇ ਇਸ ਆਏ। ਗੁਰੂ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਭਾਈ ਜੇਠਾ ਜੀ ਭਾਈ ਪਿਰਾਣਾ ਜੀ ਸਿਆਣਪ ਵਰਤੋ, ਆਪਾਂ ਚੱਲ ਕੇ ਆਏ ਹਾਂ। ਵੱਡਿਆਂ ਦੇ ਥਾਂ ਹਨ ਸਾਡੇ ਵੱਡੇ ਬਾਬਾ ਮਿਹਰਬਾਨ ਜੀ, ਜੇ ਨਾਰਾਜ਼ਗੀ ਵੀ ਕਰਦੇ ਆ ਤਾਂ ਵੀ ਆਪਾਂ ਇਹ ਭੁੱਲ ਨਹੀਂ ਕਰਨੀ ਕਿਸੇ ਪ੍ਰਕਾਰ ਵੀ, ਕਿ ਕਿਸੇ ਤਰ੍ਹਾਂ ਦਾ ਆਪਾਂ ਇਹਨਾਂ ਦੀ ਸ਼ਾਨ ਦੇ ਵਿੱਚ ਕੋਈ ਮਾੜਾ ਸ਼ਬਦ ਬੋਲੀਏ ਜਾਂ ਫਿਰ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਹਾਰ ਹੱਥ ਚੁੱਕੀਏ। ਆਪਣਾ ਇਹ ਫਰਜ਼ ਨਹੀਂ ਬਣਦਾ, ਆਪਾਂ ਚੱਲ ਕੇ ਆਏ ਹਾਂ। ਇਹੀ ਖਾਲਸਾ ਦੀ ਵੱਡੀ ਦਾਤ ਆ। ਜਿਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲੱਤ ਮਾਰੀ ਨਾ ਬਾਬਾ ਦਾਤੂ ਜੀ ਨੇ, ਉਸ ਵੇਲੇ ਖਾਲਸਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮੁਖ ਤੋਂ ਬੋਲ ਸੀ, ਆਪ ਜੀ ਵੱਡੇ ਸਤਿਗੁਰਾਂ ਦੇ ਸੁਪੁੱਤਰ ਹੋ। ਮੇਰਾ ਸਰੀਰ ਬੁਢੇਪੇ ਕਾਰਨ ਹੱਡ ਡਾਢੇ ਹੋ ਗਏ ਐ, ਕਿਤੇ ਮੇਰੇ ਸਰੀਰ ਦੇ ਹੱਡਾਂ ਨਾਲ ਟਕਰਾਉਣ ਕਰਕੇ ਤੁਹਾਡੇ ਸਰੀਰ ਨੂੰ ਦਰਦ ਤਾਂ ਨਹੀਂ ਹੋਇਆ। ਐਸੇ ਬਚਨ ਸੁਣ ਕਰਕੇ ਖਾਲਸਾ ਜੀ ਉਸੇ ਵੇਲੇ ਬਾਬਾ ਦਾਤੂ ਸ਼ਰਮਿੰਦਾ ਹੋ ਗਏ। ਧੰਨ ਗੁਰੂ ਛੇਵੇਂ ਪਾਤਸ਼ਾਹ ਜੀ ਧੰਨ ਬਾਬਾ ਸ਼੍ਰੀ ਚੰਦਰ ਜੀ ਵੇਲੇ ਵੀ ਬਚਨ ਹੋਏ। ਤੇ ਜਿਸ ਵੇਲੇ ਖਾਲਸਾ ਜੀ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਦਾੜੇ ਦੇ ਨਾਲ ਚਰਨ ਝਾੜੇ ਨਾ, ਤੇ ਉਹਨਾਂ ਦੇ ਮੁਖੋਂ ਸੁਭਾਵਕ ਬਚਨ ਨਿਕਲਿਆ, ਕਹਿੰਦੇ ਆ ਤੁਹਾਡੀ ਨਿਮਰਤਾ ਨੇ ਸਾਡੀ ਗੁਰਤਾ ਗੱਦੀ ਸਾਡੇ ਤੋਂ ਲੈ ਲਈ। ਆਖੋ ਸਤਨਾਮ। ਇਹ ਖਾਲਸਾ ਜੀ ਅਜਾਰ ਨੂੰ ਜਰਨ ਦੀ ਸ਼ਕਤੀ ਹੈ, ਜੇ ਕਿਤੇ ਨਾ ਕਿਤੇ ਮਿਲ ਸਕਦੀ ਹੈ ਤੇ ਗੁਰੂ ਨਾਨਕ ਦੇ ਘਰ ਵਿੱਚ ਹੈ, ਹੋਰ ਕਿਤੇ ਇਹ ਤਾਕਤ ਨਹੀਂ ਹੈ। ਏਡੀ ਵੱਡੀ ਖਾਲਸਾ ਜੀ ਅਜਾਰ ਨੂੰ ਜਰਨ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਸਿੱਖਿਆ ਦਿੰਦੇ ਆ। ਹਰ ਖਾਵਨ ਕੈ ਕੋਪੇ ਉਪਾਵਨ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਆਪਾਂ ਇੱਥੇ ਖੁਸ਼ੀਆਂ ਲੈਣ ਆਏ ਆ, ਨਾ ਕਿ ਆਪਾਂ ਇੱਥੇ ਕਿਸੇ ਤਰ੍ਹਾਂ ਦਾ ਵਿਵਾਦ ਕਰਨਾ ਹੈ। ਨੈ ਤੁਮ ਕੀਜੇ ਕਛੂ ਅਲਾਵਨ। ਕਿਸੇ ਤਰ੍ਹਾਂ ਦਾ ਵੀ ਕੋਈ ਐਸਾ ਬਚਨ ਬਲਾਸ ਤੁਹਾਡੇ ਮੁਖੋਂ ਨਹੀਂ ਹੋਣਾ ਚਾਹੀਦਾ। ਹਿਮਦਾਸਨ ਕੋ ਬਰਜ ਬਡੇਰੇ। ਇਸ ਤਰ੍ਹਾਂ ਦੇ ਆਪਣੇ ਗੁਰਸਿੱਖਾਂ ਨੂੰ ਬਰਜ ਕਰਕੇ ਸਤਿਗੁਰੂ ਜੀ ਨੇ ਇਹ ਸਾਰਾ ਕਾਰਜ ਆਪ ਸੰਭਾਲਿਆ। ਪਕਰੇ ਆਪ ਚਰਨ ਤਿਸ ਕੇਰੇ। ਨਿਮਰਤਾ ਦੇ ਘਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ, ਮਰਜ਼ਾਦਾ ਪੁਰਸ਼ੋਤਮ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਵਰਜ ਕੇ ਆਪਣੇ ਵੱਡੇ ਭਰਾਤਾ ਬਾਬੇ ਮਿਹਰਬਾਨ ਦੇ ਚਰਨ ਫੜ ਲਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਾ ਕਰਕੇ ਚਰਨ ਫੜ ਲਏ ਹਨ। ਭਰਾਤਾ ਬੈ ਮੈਂ ਜੇਸ਼ਟ ਆਏ। ਮਹਾਰਾਜ ਬਾਬਾ ਮਿਹਰਬਾਨ ਵੱਡੇ ਭਰਾਤਾ ਜੀ, ਤੁਸੀਂ ਉਮਰ ਕਰਕੇ ਸਾਡੇ ਤੋਂ ਵੱਡੇ ਹੋ। ਉੱਤਰ ਤੋਏ ਸਮੁਖ ਨੈ ਕਈ। ਤੁਹਾਡੇ ਸਾਹਮਣੇ ਕਿਸੇ ਤਰ੍ਹਾਂ ਦਾ ਕੋਈ ਜਵਾਬੀ ਉੱਤਰ ਦੇਣਾ ਇਹ ਸਾਡੀ ਯੋਗਤਾ ਨਹੀਂ ਹੈ। ਤੋ ਵਿਚਾਰੋ ਤਿਆਗੋ ਕ੍ਰੋਧੂ। ਫਿਰ ਵੀ ਬਾਬਾ ਜੀ ਤੁਸੀਂ ਵੱਡੇ ਭਰਾਤਾ ਹੋ, ਵਿਚਾਰ ਕਰੋ, ਵਿਮਰਸ਼ ਕਰੋ ਤੇ ਆਪਣੇ ਕ੍ਰੋਧ ਦਾ ਤਿਆਗ ਕਰੋ। ਹੋਤ ਕ੍ਰੋਧ ਤੇ ਨਰ ਬਿਨ ਬੋਧੂ। ਕਹਿੰਦੇ ਜਦੋਂ ਕ੍ਰੋਧ ਆ ਜਾਂਦਾ ਨਾ, ਉਦੋਂ ਮਨੁੱਖ ਜਿਹੜਾ ਉਹ ਬੁੱਧੀ ਤੋਂ ਬਗੈਰ ਹੀ ਫੈਸਲੇ ਲੈ ਜਾਂਦਾ ਹੈ। ਕ੍ਰੋਧ ਵਿੱਚ ਭਰਿਆ ਹੋਇਆ ਮਨੁੱਖ ਜਿਹੜਾ ਹੈ ਵਿਵੇਕ ਤੋਂ ਹੀਣ ਹੋ ਜਾਂਦਾ ਹੈ। ਕਲ ਮਰ ਅਰ ਕਲਹਾ ਕੋ ਮੂਲਾ। ਕ੍ਰੋਧ ਹੈ ਕਲਾ ਕਲੇਸ਼ ਕਲਪਨਾ ਦਾ ਮੁੱਢ ਹੈ। ਕ੍ਰੋਧ ਧਰਮ ਤੇ ਕਰ ਪ੍ਰਤਕੂਲਾ। ਜਿਹੜਾ ਕ੍ਰੋਧ ਹੈ ਉਹ ਮਨੁੱਖ ਨੂੰ ਉਹਦੇ ਧਰਮ ਤੋਂ ਵਿਰੋਧੀ ਬਣਾ ਦਿੰਦਾ, ਧਰਮ ਦੇ ਫੈਸਲੇ ਨਹੀਂ ਲੈਂਦਾ। ਕ੍ਰੋਧੀ ਮਨੁੱਖ ਕਦੇ ਵੀ ਇਨਸਾਫ ਦੇ ਸੱਚ ਦੇ ਲਈ ਨਹੀਂ ਬੋਲ ਸਕੇਗਾ। ਕ੍ਰੋਧੀ ਪਰੇ ਨਰਕ ਮੈਂ ਜਾਏ। ਬਾਬਾ ਜੀ ਐਵੇਂ ਕਿਉਂ ਕ੍ਰੋਧ ਕਰਦੇ ਹੋ? ਕ੍ਰੋਧੀਆਂ ਨੂੰ ਤੇ ਨਰਕਾਂ ਵਿੱਚ ਥਾਂ ਮਿਲਦਾ ਹੈ। ਕਰੇ ਅਨੁਚਿਤੀ ਕ੍ਰੋਧੀ ਤਾਏ। ਜਿਹੜਾ ਕ੍ਰੋਧੀ ਆ ਉਹ ਅਨੁਚਿਤ ਗੱਲ ਕਰਨ ਲਈ ਬੜਾ ਭੱਜ ਕੇ ਅੱਗੇ ਆਉਂਦਾ ਹੈ। ਕ੍ਰੋਧੀ ਮਨੁੱਖ ਕਦੇ ਵੀ ਕਿਸੇ ਸੰਧੀ ਵਿੱਚ ਕਿਸੇ ਸਲਾਹ ਮਸ਼ਵਰੇ ਵਿੱਚ ਬੈਠਾ ਹੋਵੇ ਮਾੜੀ ਗੱਲ ਹੀ ਬੋਲਦਾ ਹੈ ਤੇ ਉਹਦੇ ਲਈ ਜ਼ੋਰ ਨਾਲ ਉੱਚੀ ਬੋਲ ਕੇ ਅੱਗੇ ਹੋ ਕੇ ਬਹਿੰਦਾ ਹੈ। ਔਰ ਮੈਂ ਸਦਨ ਆਪਨੇ ਲੀਜੇ। ਬਾਬਾ ਮਿਹਰਬਾਨ ਜੀ ਕ੍ਰੋਧ ਨੂੰ ਤਿਆਗੋ। ਸ੍ਰੀ ਸੁਧਾਰਸਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਮੰਦਿਰਾਂ ਵਿੱਚ ਆਪਣੇ ਘਰਾਂ ਵਿੱਚ ਆ ਕੇ ਬਿਰਾਜੋ। ਅਪਰ ਵਸਤਵੈ ਸੋ ਕਹਿ ਦੀਜੇ। ਹੋਰ ਵੀ ਜਿਹੜੀ ਵਸਤੂ ਆਪ ਜੀ ਨੂੰ ਚਾਹੀਦੀ ਆ ਉਹ ਸਾਨੂੰ ਦੱਸ ਦਿਓ। ਕਾਰਨ ਰਿਸ ਕੋ ਦਿਓ ਬਤਾਈ। ਇਹ ਜਿਹੜਾ ਤੁਹਾਡੇ ਅੰਦਰ ਕ੍ਰੋਧ ਹੈ, ਜਿਹੜਾ ਤੁਹਾਡੇ ਅੰਦਰ ਵਿਰੋਧ ਹੈ, ਇਹਦਾ
ਕਾਰਨ ਦੱਸੋ, ਕੀ ਕਾਰਨ ਹੈ? ਤਿਸ ਤੇ ਹਟੇ ਤੁਮੇ ਹਰ ਖਾਈ। ਜਿਹੜਾ ਤੁਹਾਡਾ ਕਾਰਨ ਹੈ ਮੈਂ ਉਸ ਕਾਰਨ ਤੋਂ ਪਿੱਛੇ ਹਟ ਜਾਵਾਂਗਾ, ਤੁਹਾਡੀ ਖੁਸ਼ੀ ਲੈ ਲਵਾਂਗਾ। ਪਾਚਲ ਬਾਤ ਨਰ ਦੇ ਵਿਚਾਰੋ। ਜਿਹੜੇ ਪਿਛਲੇ ਕੋਈ ਵਿਚਾਰ ਹੋ ਗਏ, ਪਿਛਲਾ ਕੋਈ ਪਰਿਵਾਰ ਦੇ ਵਿੱਚ ਵਿਰੋਧ ਹੋਇਆ, ਉਹਨਾਂ ਨੂੰ ਮਨ ਵਿੱਚੋਂ ਖਤਮ ਕਰ ਦਿਓ। ਜਿਮ ਹੋਏ ਸ਼ਾਂਤ ਤਥਾ ਨਿਰਤਾਰੋ। ਇਸ ਤਰ੍ਹਾਂ ਦੇ ਨਾਲ ਇਹ ਵਿਵਾਦ ਸਮਾਪਤ ਹੋ ਜਾਵੇ, ਸ਼ਾਂਤ ਹੋ ਜਾਵੇ, ਉਹ ਹਿਰਦੇ ਵਿੱਚ ਵਿਚਾਰ ਨੂੰ ਧਾਰਨ ਕਰੋ। ਸੁਨ ਸਿੱਖਨ ਦਿਸ਼ ਨੈਣ ਤਰੇਰੇ। ਜਦੋਂ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਬਚਨ ਕੀਤੇ ਤੇ ਉਸ ਵੇਲੇ ਫਿਰ ਕ੍ਰੋਧ ਦੇ ਵਿੱਚ ਭਰੇ ਹੋਏ ਬਾਬੇ ਮਿਹਰਬਾਨ ਜੀ ਨੇ ਸਿੱਖਾਂ ਵੱਲ ਵੇਖਿਆ ਹੈ। ਮਿਹਰਬਾਨ ਕਰ ਕ੍ਰੋਧ ਕਨੇਰੇ। ਹੋਰ ਕ੍ਰੋਧ ਵਿੱਚ ਭਰ ਕਰਕੇ ਸਿੱਖਾਂ ਦੇ ਪ੍ਰਤੀ ਸ਼ਬਦ ਬੋਲੇ ਨੇ। ਕਿਉਂ ਨਾ ਜਾਤ ਉੱਠ ਕੱਛ ਹੋਏ ਪਰੇ। ਕਹਿੰਦੇ ਕਿਉਂ ਨਹੀਂ ਤੁਸੀਂ ਉੱਠ ਕੇ ਮੇਰੀ ਅੱਖਾਂ ਤੋਂ ਪਰੇ ਹੋ ਜਾਂਦੇ, ਕਿਉਂ ਨਹੀਂ ਇੱਥੋਂ ਤੁਸੀਂ ਪਾਸੇ ਹੋ ਜਾਂਦੇ? ਇਹ ਗਵਾਰ ਕਰ ਦ੍ਰਿਗ ਤੇ ਪਰੇ। ਆ ਜਿਹੜੇ ਜੱਟ ਬੂਟ ਜੇ ਗਵਾਰ ਦੇ ਲੋਕ ਤੂੰ ਮੇਰੇ ਸਾਹਮਣੇ ਬਿਠਾਏ ਹੋਏ ਆ, ਇਹਨਾਂ ਨੂੰ ਮੇਰੀਆਂ ਅੱਖਾਂ ਤੋਂ ਪਰੇ ਕਰ ਦੇ, ਕਿਉਂ ਨਹੀਂ ਇਹਨਾਂ ਨੂੰ ਉਠਾ ਕੇ ਪਰਾਂ ਕਰ ਦੇ? ਨਹੀਂ ਤਾਂ ਮਿਲਬੋ ਅਬ ਅਸ ਹੋਏ ਜਾਏ। ਇੰਨਾ ਕ੍ਰੋਧ ਦੇ ਵਿੱਚ ਖਾਲਸਾ ਜੀ ਹੰਕਾਰ ਨੇ ਐਸਾ ਬੁੱਧੀ ਦੇ ਉੱਤੇ ਪ੍ਰਹਾਰ ਕੀਤਾ, ਕਹਿੰਦੇ ਕਿਤੇ ਇੱਥੇ ਇਹੋ ਜਿਹਾ ਹੀ ਮੇਲ ਨਾ ਹੁਣ ਹੋ ਜਾਵੇ। ਰੁੰਡ ਮੁੰਡ ਧਰ ਪਰੇ ਦਿਖਾਏ। ਜਿਹੜਾ ਤੁਸੀਂ ਸੰਧੀ ਦਾ ਮੇਲ ਕਰਨ ਆਏ ਹੋ ਨਾ, ਕਿਤੇ ਇਹ ਨਾ ਹੋਵੇ ਇੱਥੇ ਸਾਰਿਆਂ ਦੇ ਧੜ ਤੇ ਸਿਰ ਵੱਖਰੇ ਪਏ ਹੁਣ, ਇਹੋ ਜੀ ਸੰਧੀ ਨਾ ਹੋ ਜਾਵੇ। ਇਦਾਂ ਨਾ ਕਿਤੇ ਹੁਣ ਸਮਾਂ ਬਣ ਜਾਵੇ ਅੱਖੋਂ ਪਰੇ ਹੋ ਜਾਵੋ। ਆਗੇ ਧੁਖਤ ਰਹਿਤ ਨਿਤ ਛਾਤੀ। ਕਹਿੰਦਾ ਅੱਗੇ ਤਾਂ ਸਾਡੀ ਛਾਤੀ ਧੁਖਦੀ ਹੈ, ਹੁਣ ਤਾਂ ਸਾਡੀ ਛਾਤੀ ਹਮੇਸ਼ਾ ਹੀ ਧੁਖਦੀ ਆ ਰਹੀ ਹੈ। ਅਬ ਬਰ ਪਰੇ ਹੋਏ ਬਖਿਆਤੀ। ਜੇ ਤੁਸੀਂ ਅੱਖੋਂ ਪਰੇ ਨਾ ਹੋਏ, ਹੁਣ ਕਿਤੇ ਉਹ ਧੁਖਦੀ ਦੇ ਵਿੱਚ ਹੁਣ ਅੱਗ ਨਾ ਚੱਲ ਪਵੇ, ਹੁਣ ਕਿਤੇ ਕ੍ਰੋਧ ਕਿਤੇ ਅਗਨੀ ਨਾ ਫੜ ਲਵੇ। ਇਤਿਆਦਿਕ ਕਹਿ ਅਪਰ ਕਠੋਰਾ। ਇਸ ਤਰ੍ਹਾਂ ਦੇ ਬੜੇ ਹੀ ਕਠੋਰ ਬਚਨ ਜੋ ਬਾਬਾ ਮਿਹਰਬਾਨ ਹੁਣ ਹੋਰ ਅੱਗ ਬਬੂਲਾ ਹੋ ਕੇ ਬੋਲਦਾ ਹੈ। ਮੁਖ ਦ੍ਰਿਗ ਅਰਣ ਲਰਨ ਕੋ ਤੋਰਾ। ਮੁਖ ਤੇ ਲਾਲੀ ਅੱਖਾਂ ਵਿੱਚ ਲਹੂ ਭਰ ਉਤਰਿਆ ਹੈ। ਖੜਗ ਮੁਸ਼ਟ ਪਰ ਧਰ ਕਰ ਕਰ ਕੋ। ਆਪਣੇ ਹੱਥ ਦੇ ਵਿੱਚ ਜਿਹੜੀ ਤਲਵਾਰ ਫੜੀ ਹੈ ਨਾ, ਉਹਦੇ ਮੁੱਠੇ ਦੇ ਉੱਤੇ ਆਪਣਾ ਹੱਥ ਪਾ ਲਿਆ ਹੈ। ਗੁਰੈ ਦਿਖਾਏ ਵੀਰਤਾ ਬਰ ਕੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਯੋਧੇ ਸਤਿਗੁਰਾਂ ਨੂੰ ਵੀਰਤਾ ਵਿਖਾਉਂਦੇ ਆ, ਯੋਧਿਆਂ ਦੇ ਸਾਹਮਣੇ ਆਪਣੀ ਵੀਰਤਾ ਪ੍ਰਗਟ ਕਰਦੇ ਹਨ। ਧਰਮ ਤੁਰੰਦਰ ਧੀਰਜ ਧਾਰੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧਰਮ ਦੀ ਧੁਰੰਦਰ ਸਤਿਗੁਰੂ ਤੇ ਧੀਰਜ ਦੇ ਧਾਰਨ ਵਾਲੇ, ਸਹਿਨਸ਼ੀਲਤਾ ਦਾ ਘਰ ਸਤਿਗੁਰੂ, ਸਹਿਨਸ਼ੀਲਤਾ ਦੇ ਖਜ਼ਾਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਛਿਮਾ ਨਿਦ ਕੀਨ ਵਿਚਾਰੀ। ਸਤਿਗੁਰੂ ਛਿਮਾ ਕਰਨ ਵਾਲੇ, ਖਿਮਾ ਕਰਨ ਵਾਲੇ ਸਤਿਗੁਰੂ ਜੀ ਹਿਰਦੇ ਵਿੱਚ ਵਿਚਾਰ ਕਰਦੇ। ਕਹਿਤ ਪਏ ਹਮ ਇਮ ਚਿਤ ਚਾਹੇ। ਮਹਾਰਾਜ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਨ ਵਿੱਚ ਵਿਚਾਰ ਕਹਿੰਦੇ ਵੀ ਆਪਾਂ ਨੂੰ ਤਾਂ ਇਦਾਂ ਹੀ ਪਾਉਂਦਾ ਹੈ। ਗੁਰ ਕੀ ਕੁਲ ਸਭ ਇੱਕ ਸਮ ਰਹੇ। ਮਹਾਰਾਜ ਸਾਹਿਬ ਕਹਿੰਦੇ ਦਾ ਦਿੱਤ ਚਾਹੁੰਦਾ ਸੀ ਵੀ ਜਿੰਨੀ ਵੀ ਗੁਰੂ ਕੀ ਵੰਸ਼ ਹੈ ਨਾ, ਉਹ ਬਰਾਬਰ ਸਤਿਕਾਰਯੋਗ ਹੋਵੇ। ਸਾਰੀ ਗੁਰੂ ਕੁਲ ਨੂੰ, ਸਾਰੀ ਜਿੰਨੀ ਵੀ ਗੁਰੂ ਵੰਸ਼ ਆ, ਉਹਦਾ ਸਤਿਕਾਰ ਸਾਰੇ ਸਮਾਜ ਵਿੱਚ ਬਰਾਬਰ ਰਹੇ। ਪ੍ਰਾਰਬਧ ਖੋਟੀ ਹੋਏ ਐਸੇ। ਸੱਚੇ ਪਾਤਸ਼ਾਹ ਕਹਿੰਦੇ ਕੀ ਕਰੀਏ, ਜਿਹੜੀ ਪ੍ਰਾਰਬਧ ਖੋਟੀ ਪ੍ਰਾਰਬਧ ਹੈ ਨਾ, ਉਹ ਬੜੀ ਮਾੜੀ ਹੁੰਦੀ ਹੈ। ਜਿਹੜੀ ਪ੍ਰਾਰਬਧ ਦੇ ਵਿੱਚ ਕਿਤੇ ਮਾੜਾ ਕਰਮ ਕੋਈ ਬੀਜ ਬੀਜਿਆ ਹੁੰਦਾ ਨਾ, ਉਹ ਕਿਤੇ ਨਾ ਕਿਤੇ ਪ੍ਰਗਟ ਹੋ ਉੱਠਦਾ ਹੈ। ਤੋ ਕਿਸ ਕੋ ਬਸ ਚਲੇ ਨਾ ਕੈਸੇ। ਕਹਿੰਦੇ ਫਿਰ ਭਾਈ ਕਿਹਦਾ ਬਸ ਚੱਲੇ ਜੇ ਪ੍ਰਾਰਬਧ ਹੀ ਇਸ ਤਰ੍ਹਾਂ ਦੀ ਬਣੀ ਹੋਵੇ। ਸਰਾਪ ਗੁਰੂ ਕੋ ਹੋਵੇ ਸਾਚੇ। ਅਸੀਂ ਇਦਾਂ ਵੇਖ ਰਹੇ ਆ ਵੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸ਼ਰਾਪ ਦਿੱਤੇ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ, ਮਾਫ ਕਰਨਾ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਸ਼ਰਾਪ ਦਿੱਤਾ ਹੈ ਉਹ ਸੱਚ ਹੋ ਰਿਹਾ ਹੈ। ਪਿਤ ਜੁਤ ਤੁਮ ਜਿਮ ਚਿੰਤਾ ਰਾਚੇ। ਤੂੰ ਤੇ ਬਾਬਾ ਮਿਹਰਬਾਨ ਤੇਰਾ ਪਿਤਾ ਸਦਾ ਹੀ ਚਿੰਤਾ ਵਿੱਚ ਫਸੇ ਹੋਏ ਹੋ। ਤਥਾ ਬੰਸ ਨਿਤ ਚਿੰਤਾ ਲਏ। ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਵੇਲੇ ਬਚਨ ਕਹੇ ਸੀ, ਜਿਸ ਵੇਲੇ ਚਿੱਠੀਆਂ ਦਾ ਰੌਲਾ ਪਿਆ ਸੀ, ਜਿਸ ਵੇਲੇ ਚਿੱਠੀਆਂ ਬਾਬੇ ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਨਾ ਦਿੱਤੀਆਂ, ਤੀਜੀ ਚਿੱਠੀ ਵੇਲੇ ਜਦੋਂ ਸਤਿਗੁਰਾਂ ਨੇ ਦੋਵੇਂ ਚਿੱਠੀਆਂ ਕਢਾਈਆਂ, ਉਦੋਂ ਕਿਹਾ ਸੀ ਬਾਬਾ ਪ੍ਰਿਥੀ ਚੰਦ ਬੜੇ ਮਾੜੇ ਬੋਲ ਬੋਲੇ ਗੁਰੂ ਰਾਮਦਾਸ ਮਹਾਰਾਜ ਸਾਹਮਣੇ। ਸਤਿਗੁਰੂ ਸਾਹਿਬ ਨੇ ਕਿਹਾ ਪ੍ਰਿਥੀ ਚੰਦ ਤੇਰੀ ਛਾਤੀ ਸਦਾ ਹੀ ਸੜਦੀ ਰਹੇਗੀ,
ਤੋ ਉਸ ਤਰ੍ਹਾਂ ਦੇ ਉਹ ਬਚਨ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਉਹ ਹੁਣ ਪ੍ਰਗਟ ਹੋ ਰਹੇ ਨੇ। ਇਸੇ ਤਰ੍ਹਾਂ ਤੁਹਾਡੇ ਪਿਤਾ ਜੀ ਦੀ ਛਾਤੀ ਸੜਦੀ ਸੀ, ਇਸੇ ਤਰ੍ਹਾਂ ਹੁਣ ਤੁਸੀਂ ਈਰਖਾ ਦੀ ਅੱਗ ਵਿੱਚ ਸੜ ਰਹੇ ਹੋ। ਤੇ ਸਾਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਾਨੂੰ ਤਾਂ ਇਦਾਂ ਦਿਸ ਰਿਹਾ ਕਿ ਹੁਣ ਤੁਹਾਡੀ ਬੰਸ ਦੀ ਵੀ ਛਾਤੀ ਸੜਦੀ ਹੀ ਰਹੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਬਚਨ ਹੋ ਗਏ। ਪਰ ਪ੍ਰਭਾਵ ਭਿਖ ਕਰ ਉਰਦਾ ਹੈ। ਸਤਿਗੁਰੂ ਕਹਿਣ ਲੱਗੇ ਵੇਖੋ ਇਹ ਛਾਤੀ ਸੜ ਵੀ ਕਿਵੇਂ ਰਹੀ ਹੈ, ਪਰਾਏ ਦਾ ਸੁਖ ਵੇਖ ਕਰਕੇ, ਪਰਾਏ ਦਾ ਪ੍ਰਭਾਵ ਵੇਖ ਕਰਕੇ, ਦੂਸਰਾ ਪ੍ਰਭਾਵ ਦੇਖ ਕਰਕੇ ਆਪ ਸੜਬਲ ਰਹੇ ਨੇ। ਜਿਨ ਕੋ ਅਬ ਬਚ ਕਹੇ ਗਵਾਰ। ਮਹਾਰਾਜ ਕਹਿਣ ਲੱਗੇ ਬਾਬਾ ਮਿਹਰਬਾਨ, ਜਿਨ੍ਹਾਂ ਮੇਰੇ ਸਿੱਖਾਂ ਸੇਵਕਾਂ ਨੂੰ, ਮੇਰੇ ਗੁਰੂ ਘਰ ਦੇ ਸੇਵਾ ਕਰਨ ਵਾਲੇ ਪ੍ਰੇਮੀਆਂ ਨੂੰ ਤੁਸੀਂ ਅੱਜ ਗਵਾਰ ਕਿਹਾ, ਜੱਟ ਬੂਟ ਅਨਪੜ ਕਿਹਾ ਹੈ। ਤੁਮ ਕੁਲ ਹੋਏ ਸਿੱਖ ਨੇ ਅਨੁਸਾਰ। ਇਹ ਸਮਾਂ ਆ ਜਾਵੇਗਾ ਕਿ ਤੁਹਾਡੀ ਕੁਲ ਦੇ ਜਿਹੜੇ ਸਿੱਖ ਹੋਣਗੇ, ਤੁਹਾਡੀ ਵੰਸ਼ ਦੇ ਜਿਹੜੇ ਪਰਿਵਾਰ ਹੋਣਗੇ, ਇੱਕ ਦਿਨ ਇਹਨਾਂ ਮੇਰੇ ਸਿੱਖਾਂ ਦੇ ਅਨੁਸਾਰੀ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਮਾਂ ਬਣਿਆ ਖਾਲਸਾ ਜੀ, ਇਤਿਹਾਸ ਵਿੱਚ ਅੱਗੇ ਪ੍ਰਸੰਗ ਆਉਣਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਢਿਲਵਾਂ ਨਗਰ ਵਿੱਚ ਗਏ ਆ, ਉੱਥੇ ਸੋਢੀ ਕੌਲ ਰਾਏ ਬਾਬੇ ਮਿਹਰਬਾਨ ਦੀ ਵੰਸ਼ ਦੇ ਵਿੱਚੋਂ ਉਹਨੇ ਸਤਿਗੁਰਾਂ ਨੂੰ ਬਚਨ ਕਹੇ ਸੀ, ਮਹਾਰਾਜ ਸੱਚੇ ਪਾਤਸ਼ਾਹ ਸਾਡੀ ਭੁੱਲ ਬਖਸ਼ ਦਿਓ, ਗਰੀਬ ਨਵਾਜ਼ ਆ ਜਿਹੜੇ ਤੁਹਾਡੇ ਸਿੱਖ ਨੇ ਨਾ, ਇਹ ਸਾਡੇ ਨਾਲ ਨਜ਼ਰਾਂ ਨਹੀਂ ਮਿਲਾਉਂਦੇ, ਸਾਡੇ ਨਾਲ ਸਤਕਾਰ ਭਾਵ ਨਹੀਂ ਰੱਖਦੇ, ਸਾਡੇ ਨਾਲ ਮੇਲ ਮਿਲਵਰਤਨ ਨਹੀਂ ਰੱਖਦੇ, ਕਿਉਂਕਿ ਮਹਾਰਾਜ ਕਿਹਾ ਸੀ ਇਹ ਮੀਣੇ ਨੇ, ਮੀਣਿਆਂ ਮਸੰਦੀਆਂ ਦਾ ਸੰਗ ਨਹੀਂ ਕਰਨਾ। ਤੋ ਖਾਲਸੇ ਨੇ ਖਾਲਸਾ ਜੀ ਫਿਰ ਪੰਥ ਚੋਂ ਛੇਕ ਕੇ ਰੱਖਿਆ। ਤੇ ਉਸ ਵੇਲੇ ਢਿਲਵਾਂ ਨਗਰ ਦੇ ਵਿੱਚ ਸੋਢੀ ਕੌਲ ਰਾਏ ਨੇ ਭੁੱਲ ਬਖਸ਼ਾਈ ਤੇ ਸ਼ਰਤ ਰੱਖੀ ਸੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਵੀ ਪੰਥ ਵਿੱਚ ਤਾਂ ਹੀ ਮਿਲੋਗੇ ਜੇ ਖੰਡੇ ਦੀ ਪਾਹੁਲ ਛਕੋਗੇ। ਜੇ ਇਹਨਾਂ ਦੇ ਨਾਲ ਰਲਣਾ ਤਾਂ ਤੁਹਾਨੂੰ ਖੰਡੇ ਦੀ ਪਾਹੁਲ ਛਕਣੀ ਪੈਣੀ ਹੈ। ਉਸ ਤੋਂ ਮਗਰੋਂ ਜਦੋਂ ਸਿੱਖ ਮਿਸਲਾ ਬਣੀਆਂ ਉਦੋਂ ਵੀ ਇਹੀ ਮਰਜ਼ਾਦਾ ਰਹੀ, ਇਹੀ ਨਿਯਮ ਰਿਹਾ, ਜਿਹੜਾ ਪੰਥ ਦੇ ਵਿੱਚ ਆਏਗਾ ਉਹਨੂੰ, ਜਿਹੜਾ ਖੰਡੇ ਦੀ ਪਾਹੁਲ ਛਕੇਗਾ ਉਹਨੂੰ ਭਰਾ ਮੰਨਿਆ ਜਾਏਗਾ, ਜਿਹੜਾ ਖੰਡੇ ਦੀ ਪਾਹੁਲ ਤੋਂ ਬਾਹਰ ਹੋਏਗਾ ਉਹ ਸਾਡਾ ਕੋਈ ਸੰਬੰਧ ਨਹੀਂ ਉਹਦੇ ਨਾਲ, ਰੋਟੀ ਬੇਟੀ ਦੀ ਕੋਈ ਸਾਂਝ ਨਹੀਂ। ਸੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅੱਜ ਤੁਸੀਂ ਇਹਨਾਂ ਨੂੰ ਗਵਾਰ ਕਹਿ ਰਹੇ ਹੋ ਨਾ, ਇਹਨਾਂ ਦੀਆਂ ਸੇਵਾਵਾਂ ਨੂੰ ਭਾਗ ਲੱਗਣਗੇ, ਇੱਕ ਦਿਨ ਤੁਹਾਡੇ ਇਹਨਾਂ ਦੇ ਅਨੁਸਾਰੀ ਹੋ ਕੇ ਚੱਲਣਗੇ। ਇਨਕੀ ਪਾਉਲ ਲੈ ਸੁਖ ਪਾਵੇ। ਸਮਾਂ ਆਏਗਾ ਤੁਹਾਨੂੰ ਇਹਨਾਂ ਦੇ ਕੋਲੋਂ ਪਾਹੁਲ ਮਿਲੇਗੀ, ਇਹਨਾਂ ਕੋਲੋਂ ਖੰਡੇ ਦੀ ਦਾਤ ਪ੍ਰਾਪਤ ਹੋਏਗੀ, ਤਾਂ ਤੁਸੀਂ ਸੁਖ ਲਵੋਗੇ। ਚਾਕਰ ਹੋਏ ਜੀਵਾ ਸੋ ਚਲਾਵੇ। ਤੁਸੀਂ ਇਹਨਾਂ ਦੇ ਚਾਕਰ ਨੌਕਰ ਹੋ ਕਰਕੇ ਆਪਣੀ ਉਪਜੀਵਕਾ ਪਰਿਵਾਰ ਪਾਲੋਗੇ। ਬਨ ਬਨ ਦੀਨ ਮਿਲੇ ਇਨ ਸੰਗ। ਮਹਾਰਾਜ ਕਹਿਣ ਲੱਗੇ ਇਹਨਾਂ ਦੇ ਦੀਨ ਹੋ ਕਰਕੇ, ਇਹਨਾਂ ਦੇ ਅੱਗੇ ਝੁਕ ਝੁਕ ਕੇ ਤੁਸੀਂ ਇਹਨਾਂ ਦੇ ਨਾਲ ਮੇਲ ਕਰ ਸਕਦੇ ਹੋ। ਪਾਏ ਅਨਾਦਰ ਘਰ ਘਰ ਮੰਗ। ਕਹਿੰਦੇ ਹੁਣ ਤੁਸੀਂ ਇਹਨਾਂ ਦਾ ਤਿਰਸਕਾਰ ਕੀਤਾ, ਇੱਕ ਦਿਨ ਸਮਾਂ ਆਏਗਾ ਤੁਹਾਨੂੰ ਘਰ ਘਰ ਵਿੱਚ ਮੰਗਣਾ ਪੈ ਜਾਏਗਾ, ਅਨਾਦਰ ਮਿਲੇਗਾ। ਹਮੋ ਨਿਹੋਰੋ ਕਿਉ ਨਾ ਮੇਲ। ਅਸੀਂ ਤਾਂ ਚਾਹੁੰਦੇ ਸੀ ਕਿ ਵਿਵਾਦ ਖਤਮ ਹੋ ਜਾਵੇ, ਅਸੀਂ ਤਾਂ ਇਹ ਮਨਾਇਆ ਚਾਹੁੰਦੇ ਸੀ, ਮੇਲ ਕੀਤਾ ਚਾਹੁੰਦੇ ਸੀ, ਪਰ ਤੁਸੀਂ ਨਹੀਂ ਮਿਲੇ। ਹੋਏ ਭਵਿੱਖਤ ਮੈਂ ਅਸ ਖੇਲ। ਵੇਖੇ ਹੋਏਗਾ ਹੁਣ ਤੁਹਾਨੂੰ ਮਿਲਾਉਣ ਵਾਸਤੇ, ਮਿਲਣ ਵਾਸਤੇ ਬਹੁਤ ਲੰਮਾ ਸਮਾਂ ਠੋਕਰਾਂ ਖਾਣੀਆਂ ਪੈਣਗੀਆਂ। ਮਿਲਿਓ ਚਾਹੇ ਗੁਰ ਘਰ ਸੋ ਤਬੈ। ਫਿਰ ਠੋਕਰਾਂ ਖਾ ਕੇ ਫਿਰ ਜਦੋਂ ਤੁਸੀਂ ਗੁਰੂ ਘਰ ਵਿੱਚ ਮੇਲ ਕਰਨਾ ਚਾਹੋਗੇ, ਸਿੱਖ ਹਟਾਵੇ ਮਿਲੇ ਨਾ ਸਬੈ। ਇਹਨਾਂ ਸਿੱਖਾਂ ਨੇ ਤੁਹਾਨੂੰ ਮਿਲਣ ਨਹੀਂ ਦੇਣਾ, ਹਟਾ ਕੇ ਰੱਖਣਾ ਹੈ। ਚਾਕਰ ਬਨੇ ਕੇ ਪਾਉਲ ਲੈ। ਜਾਂ ਤਾਂ ਤੁਸੀਂ ਇਹਨਾਂ ਦੇ ਚਾਕਰ ਬਣੋਗੇ, ਇਹਨਾਂ ਦੇ ਨੌਕਰ ਬਣੋਗੇ, ਜਾਂ ਫਿਰ ਪਾਹੁਲ ਖੰਡੇ ਦੀ ਧਾਰਨ ਕਰਨੀ ਪਏਗੀ। ਤਬ ਇਹ ਸਿੱਖ ਦਰਬ ਕੋ ਦੇਹ। ਤਾਂ ਇਹ ਸਿੱਖ ਤੁਹਾਨੂੰ ਆਪਣੇ ਘਰ ਵਿੱਚ ਸਤਕਾਰ ਭੇਟ ਦਿਆ ਕਰਨਗੇ। ਇਮ ਦੇ ਸਰਾਪ ਉਠੇ ਗੁਰ ਪੂਰੇ। ਦੇ ਬਚਨ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਉੱਠ ਗਏ। ਇਨਕੇ ਅੰਗ ਸੁਹਾਵਤ ਰੂਰੇ। ਬੜੇ ਸੋਹਣੇ ਅੰਗ ਨੇ, ਬੜਾ ਸੋਹਣਾ ਸੁਡੌਲ ਸਰੀਰ ਹੈ। ਬਾਦ ਘਾਟ ਸੋ ਬੋਲਤ ਇਸ ਰਹਿਓ। ਤੋਂ ਮਗਰੋਂ ਬਾਬਾ ਮਿਹਰਬਾਨ ਬੜਾ ਵਾਧੇ ਘਾਟੇ ਅਨਾਦਰ ਦੇ ਬੋਲ ਬੋਲਦਾ ਰਿਹਾ। ਔਰ ਨਾ ਉੱਤਰ ਸ੍ਰੀ ਗੁਰ ਤੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕੋਈ ਵੀ ਬਚਨ ਬਾਅਦ ਵਿੱਚ ਨਾ ਕੀਤਾ। ਵੱਡੇ ਵਡਾਈ ਪਾਏ ਨਿਵੰਤੇ। ਸੰਤੋਖ ਸਿੰਘ ਜੀ ਕਹਿੰਦੇ ਜਿਹੜੀ ਵਡਿਆਈ ਹੁੰਦੀ ਹੈ ਨਾ, ਉਹ ਇੱਕ ਐਸਾ ਫਲ ਹੁੰਦਾ ਜਿਹੜੇ ਰੁੱਖ ਨੂੰ ਫਲ ਲੱਗ ਜਾਂਦਾ, ਉਹ ਰੁੱਖ ਵੀ ਝੁਕਣ ਲੱਗ ਪੈਂਦਾ। ਵਡਿਆਈ ਇੱਕ ਐਸਾ ਫਲ ਹੁੰਦਾ ਜਿਹੜਾ ਵੱਡਾ ਵਡਿਆਈ ਪਾ ਲੈਂਦਾ, ਉਹ ਝੁਕ ਜਾਂਦਾ ਹੈ। ਜਿਮ ਤਰੁ ਚੁਕੇ ਜੇ ਹੋਏ ਫਲਵੰਤੇ। ਕਹਿੰਦੇ ਫਲਾਂ ਵਾਲਾ ਰੁੱਖ ਉਹ ਵੀ ਆਪ
ਜਦੋਂ ਫਲਾਂ ਨੂੰ ਧਾਰਨ ਕਰ ਲੈਂਦਾ ਉਹ ਵੀ ਝੁਕ ਜਾਂਦਾ ਹੈ। बदै बेन सिर ऊंचो राखे ਕਹਿੰਦੇ ਜਿਹੜੇ ਬਾਂਸ ਹੁੰਦੇ ਨੇ ਉਹ ਬੜਾ ਸਿਰ ਉੱਚਾ ਰੱਖਦੇ ਨੇ ਤੇ ਬੜੇ ਉੱਚੇ ਉੱਚੇ ਵੱਧ ਕੇ ਨਿਕਲ ਜਾਂਦੇ ਹਨ। छिनक बिखे जर बर होए राखे ਕਹਿੰਦੇ ਇੱਕ ਛਿਣਕ ਹਵਾ ਦਾ ਬੁੱਲਾ ਹੁੰਦਾ ਆਪਸ ਦੇ ਵਿੱਚ ਘਿਸਦੇ ਆ ਤੇ ਜਰ ਬਲ ਕੇ ਰਾਖ ਹੋ ਜਾਂਦੇ ਹਨ। जिम गुर गिर सिर पर तृण लोटे ਕਹਿੰਦੇ ਭਾਈ ਸੰਤੋਖ ਸਿੰਘ ਜੀ ਦੂਜੀ ਤੀਜੀ ਉਦਾਹਰਣ ਦਿੰਦੇ ਆ। ਕਹਿੰਦੇ ਜੇ ਕੋਈ ਵੱਡਾ ਪਹਾੜ ਹੋਵੇ ਨਾ, ਜੇ ਉਹਦੇ ਉੱਤੇ ਕੋਈ ਘਾਹ ਉੱਗ ਜਾਵੇ, बड़े सो बड़े छोट सो छोटे ਇਹ ਨਹੀਂ ਹੁੰਦਾ ਪਹਾੜ ਦੇ ਉੱਤੇ ਲੱਗਿਆ ਹੋਇਆ ਘਾਹ ਵੱਡਾ ਹੋ ਜਾਂਦਾ ਹੈ। ਵੱਡਾ ਤੇ ਪਹਾੜ ਹੀ ਹੁੰਦਾ ਹੈ, ਪਰ ਘਾਹ ਜਿਹੜਾ ਉਹ ਘਾਹ ਹੀ ਰਹਿੰਦਾ ਹੈ। अल्प छांग गए सिर चढ़ गए ਕੀ ਉਦਾਹਰਨ ਦਿੰਦੇ ਆ। ਕਹਿੰਦੇ ਜੇ ਕਿਸੇ ਹਾਥੀ ਦੇ ਸਿਰ ਦੇ ਉੱਤੇ ਕੋਈ ਬੱਕਰੇ ਨੂੰ ਬਿਠਾ ਦਿੱਤਾ ਜਾਵੇ, ਘਟਿਓ ਨਾ ਗੱਜ ਅਜ ਵਦਤ ਨਾ ਪਇਓ ਕਹਿੰਦੇ ਉਹ ਸਿਰ ਦੇ ਉੱਤੇ ਬੈਠਾ ਬੱਕਰਾ ਕੋਈ ਵੱਡਾ ਨਹੀਂ ਹੋ ਜਾਂਦਾ ਤੇ ਹਾਥੀ ਦੇ ਸਿਰ ਤੇ ਬਹਿਣ ਕਰਕੇ ਹਾਥੀ ਕੋਈ ਛੋਟਾ ਨਹੀਂ ਹੁੰਦਾ। ਵੱਡੇ ਵੱਡੇ ਰਹਿੰਦੇ ਐ ਤੇ ਛੋਟੇ ਛੋਟੇ ਹੀ ਰਹਿੰਦੇ ਹਨ। ਤਿਮ ਸ਼੍ਰੀ ਹਰਗੋਬਿੰਦ ਕੀ ਬੰਦਨ ਸਤਿਗੁਰੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਇਸ ਤਰ੍ਹਾਂ ਵਡਿਆਈ ਦੀ ਪਾਤਰ ਹੈ। ਮਹਿਮਾ ਘਟੀ ਨਾ ਕੁਛ ਗੁਰ ਨੰਦਨ ਸਤਿਗੁਰਾਂ ਦੀ ਮਹਿਮਾ ਕਿਸੇ ਤਰ੍ਹਾਂ ਦੀ ਵੀ ਕੋਈ ਘਾਟ ਨਹੀਂ ਸਕਦੀ। ਸਹਿਜ ਸੁਭਾ ਇੱਕ ਸਨੇ ਸਨੇ ਚਲ ਸਹਿਜ ਸੁਭਾਏ ਸਤਿਗੁਰੂ ਗਰੀਬ ਨਵਾਜ ਜੀ ਇੱਥੋਂ ਚੱਲ ਪਏ। ਆਨ ਬਿਰਾਜੇ ਨਿਜ ਨਿਵੇਸ਼ ਥਲ ਆਪਣੇ ਆ ਕੇ ਆਸਣਾ ਤੇ ਨਿਵਾਸ ਕੀਤਾ। ਚਿਤਵਤ ਮੇਰਵਾਨ ਲਗੁਤਾਈ ਇੱਧਰ ਬਾਬਾ ਮਿਹਰਬਾਨ ਹੰਕਾਰ ਵਿੱਚ ਵਸਿਆ, ਆਪਣੀ ਹੰਕਾਰ ਦੀ ਭਰੀ ਬਿਰਤੀ ਦੇ ਵਿਚਾਰ ਸੋਚਦਾ ਹੈ। ਮਿਲੇ ਪ੍ਰਥਮ ਹੀ ਲਖਿਓ ਸੁਭਾਈ ਕਹਿੰਦਾ ਵੇਖ ਲੋ ਪਹਿਲਾ ਮਿਲਾਪ ਹੀ ਸਤਿਗੁਰਾਂ ਨੇ ਕੀਤਾ ਤੇ ਸੁਭਾਅ ਨੂੰ ਜਾਣ ਲਿਆ। ਜਨ ਪਾਟੀ ਨਿਜ ਪਿਤਾ ਪੜਾਈ ਕਹਿੰਦੇ ਜਿਸ ਤਰ੍ਹਾਂ ਬਾਬੇ ਪ੍ਰਿਥੀ ਚੰਦ ਨੇ ਪੱਟੀ ਪੜਾਈ ਹੈ, ਦ્વੈਸ਼ ਰਚਨ ਕੀ ਚਾਤੁਰਤਾਈ ਜਿਹੜੀ ਦ્વੈਸ਼ ਰਚਨ ਦੀ ਚਾਤਰਤਾਈ ਆ ਉਹ ਬੜੀ ਕੁੱਟ-ਕੁੱਟ ਕੇ ਭਰੀ ਹੈ। ਕੈਨ ਕਠੋਰ ਤਰਨ ਹੰਕਾਰ ਰਚਨਾ ਦੇ ਵਿੱਚ ਕਠੋਰ ਬੋਲਨੇ ਤੇ ਹੰਕਾਰ ਭਰੇ ਹਨ। ਕਪਟ ਕਰਨ ਮੈਂ ਬੁੱਧ ਉਦਾਰ ਕਪਟ ਕਰਨ ਦੇ ਵਿੱਚ ਬੁੱਧੀ ਬੜੀ ਤੀਕਸ਼ਣ ਹੈ। ਪੀਛੇ ਮੇਰਵਾਨ ਵੱਡ ਫੂਲਾ ਇਸ ਕਪਟ ਦੇ ਵਿੱਚ ਬਾਬਾ ਮਿਹਰਬਾਨ ਸਤਿਗੁਰਾਂ ਦੇ ਜਾਣ ਪਿੱਛੋਂ ਹੰਕਾਰ ਵਿੱਚ ਭਰਿਆ ਬੋਲਦਾ ਹੈ। ਗਰਭ ਹਿੰਡੋਰੇ ਚੜ ਜਨ ਝੂਲਾ ਜਿਵੇਂ ਹੰਕਾਰ ਦੇ ਝੂਲੇ ਉੱਤੇ ਚੜਿਆ ਹੋਇਆ ਬੋਲਦਾ ਹੈ। ਨਿਜ ਸਿੱਖਨ ਸੋ ਮਹਿਮਾ ਆਪਣੇ ਕਏ ਸਿੱਖਾਂ ਵਿੱਚ ਆਪਣੀ ਮੀਆਂ ਮਿੱਠੂ ਬਣਦਾ ਹੈ। ਹਮ ਤੋ ਬੰਦਨੀਏ ਗੁਰ ਆਏ ਕਹਿੰਦਾ ਅਸੀਂ ਤਾਂ ਵੱਡੇ ਆ, ਅਸੀਂ ਤਾਂ ਗੁਰਾਂ ਦੀ ਗੱਦੀ ਦੇ ਵਾਰਸ ਆ, ਅਸੀਂ ਤੇ ਬੰਦਨੀਏ ਆ। ਅੱਜ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਵੀ ਮੱਥਾ ਟੇਕ ਗਏ ਐ। ਦੇ ਦੇ ਰਿਸ਼ਵਤ ਦਰਬ ਮਸੰਦ ਇਹ ਤਾਂ ਅਸੀਂ ਹੀ ਆ ਜਿਹੜੇ ਚਾਰਕ ਸੇਖੇ ਨਾਲ ਮਸੰਦ ਬਣੇ ਆ, ਤਾਂ ਰਿਸ਼ਵਤ ਦੇ ਨਾਲ ਲੈ ਕਰਕੇ ਬਣੇ ਹਨ। ਇਹ ਬਨ ਬੈਠੇ ਗੁਰੂ ਬਿਲੰਦ ਆਪਣੇ ਸਿੱਖਾਂ ਨੂੰ ਰਿਸ਼ਵਤ ਦੇ ਕੇ ਵੱਡੇ ਗੁਰੂ ਬਣੇ ਬੈਠੇ ਨੇ। ਕਰੇ ਅਗਰ ਪਗ ਨਮੋ ਹਮਾਰੇ ਦੇਖ ਲਓ ਅੱਜ ਸਾਰਿਆਂ ਸਾਹਮਣੇ ਸਾਡੇ ਚਰਨਾਂ ਵਿੱਚ ਝੁਕੇ ਨੇ। ਇਹ ਮਹਿਮਾ ਨਾ ਲਖੇ ਸਿੱਖ ਸਾਰੇ ਇਹ ਸਿੱਖ ਮਹਿਮਾ ਨੂੰ ਕਿੱਦਾਂ ਜਾਣ ਸਕਦੇ ਨੇ? ਕੋ ਲਖੇ ਸੋ ਹਮ ਟਿਗ ਆਵੇ ਜਿਹੜਾ ਸਿੱਖ ਇਸ ਮਹਿਮਾ ਨੂੰ ਜਾਣਦਾ ਉਹ ਸਾਡੇ ਕੋਲ ਹੀ ਆਉਂਦਾ ਹੈ। ਪਿਖਾ ਪਿਖੀ ਤਿਸ ਟਿਗ ਚੱਲ ਇਹ ਤਾਂ ਜਾਵੇ ਵੇਖਾ ਵੇਖੀ ਉਹਨਾਂ ਕੋਲ ਜਾਈ ਜਾਂਦੇ ਨੇ। ਮੇਲ ਕਰਨ ਚਾਤ ਇਤੇ ਆਇਓ ਦੇਖ ਲਓ ਫਿਰ ਜੇ ਅਸੀਂ ਵੱਡੇ ਸੀ ਤਾਂ ਹੀ ਤਾਂ ਚੱਲ ਕੇ ਮੇਲ ਕਰਨ ਵਾਸਤੇ ਆਏ ਆ। ਬਾਤ ਨ ਬਿਗਰੇ ਇਨ ਲਪਾਇਓ ਮਨ ਵਿੱਚ ਵਿਚਾਰ ਕਰਦੇ ਆ ਵੀ ਕਿਤੇ ਬਾਤ ਨਾ ਵਿਗੜ ਜਾਵੇ, ਵਿਗਾੜ ਨਾ ਪੈ ਜਾਵੇ। ਸ਼ਾਹ ਜਾਂ ਸੋ ਮੇਲ ਹਮਾਰਾ ਕਿ ਸਾਡਾ ਹੁਣ ਸ਼ਾਹਜਹਾਨ ਦੇ ਨਾਲ ਆਉਣ ਵਾਲੇ ਬਾਦਸ਼ਾਹ ਨਾਲ ਮਿੱਤਰਤਾਈ ਹੈ। ਸੁਨਿਓ ਕਿਸੀ ਤੇ ਉਰ ਡਰ ਧਾਰਾ ਜਦੋਂ ਲੋਕਾਂ ਜਾ ਕੇ ਦੱਸਿਆ ਤੇ ਹੁਣ ਡਰ ਮਨਾਇਆ ਹੈ ਦਿਲ ਵਿੱਚ। ਹਮ ਕੈਸੇ ਕਿਆ ਹੈ ਅਨਜਾਨ ਕਹਿੰਦਾ ਅਸੀਂ ਕਿਤੇ ਅਣਜਾਣ ਹੀ ਆ, ਸਾਨੂੰ ਕਿਤੇ ਕੋਈ ਜਾਣਕਾਰੀ ਨਹੀਂ ਹੈ। ਬਨਤ ਬਾਤ ਸ਼ੁਭ ਕਰੇ ਜਿਆਨ ਜਿਹੜੀ ਗੱਲ ਚੰਗੀ ਬਣਦੀ ਆ ਉਹਨੂੰ ਅਸੀਂ ਨਾ ਜਾਣ ਸਕੀਏ। ਹਜ਼ਰਤ ਸੁਤ ਮਮ ਕਾਜ ਸੁਧਾਰੇ ਬਾਦਸ਼ਾਹ ਦਾ ਸੁਪੁੱਤਰ ਸ਼ਾਹਜਹਾਨ ਆ, ਉਹ ਸਾਡਾ ਮਿੱਤਰ ਹੈ, ਸਾਡੇ ਹੱਕ ਵਿੱਚ ਗੱਲ ਕਰੇਗਾ। ਤੁਰਤ ਬਨੇ ਟਿਗ ਪਿਤਾ ਉਚਾਰੇ ਕਹਿੰਦਾ ਤੁਰਤ ਹੀ ਉਹ ਸਾਡੇ ਗੱਲ ਕੰਮ ਨੂੰ ਜਾਂ ਤਾਂ ਉਹਦੇ ਪਿਤਾ ਦੇ ਰਾਹੀਂ ਕਰਾਏਗਾ ਜਾਂ ਆਪ ਕਰੇਗਾ। ਕਿਦੋਂ ਆਪਈ ਦੇ ਬਣਾਏ ਜਾਂ ਫਿਰ ਆਪ ਉਦਮ ਕਰੇਗਾ। ਹਰ ਗੋਬਿੰਦ ਕੋ ਡਰ ਉਪਜਾਏ ਕਹਿੰਦਾ ਡਰ ਗੁਰੂ ਹਰਗੋਬਿੰਦ ਸਾਹਿਬ ਨੂੰ ਆ ਗਿਆ ਹੈ। ਕਈ ਸ਼ਰੀਕ ਬਰੋਂ ਪੁਰ ਕੈਸੇ ਗੁਰੂ ਹਰਗੋਬਿੰਦ ਸਾਹਿਬ ਕਹਿੰਦਾ ਮੈਂ
ਆਪਣੇ ਸ਼ਰੀਕ ਦੇ ਕਹੇ ਕਿਵੇਂ ਮੈਂ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਚਲਾ ਜਾਵਾਂ। अच्छी बात होत ने ऐसे ਇਸ ਤਰ੍ਹਾਂ ਨਾਲ ਕਹਿੰਦਾ ਕੋਈ ਚੰਗੀ ਗੱਲ ਨਹੀਂ ਹੈ। अपने जोर साथ सब ले ਮੈਂ ਆਪਣੇ ਜ਼ੋਰ ਦੇ ਨਾਲ ਤਾਕਤ ਨਾਲ ਸਭ ਕੁਝ ਲਵਾਂਗਾ। सदन पिता में ले सुख ਕਹਿੰਦੇ पैओ ਆਪਣੇ ਘਰ ਦੇ ਪਿਤਾ ਦੇ ਸਦਨ ਸਾਰੇ ਲਵਾਂਗਾ, ਸੁਖ ਵੀ ਲਵਾਂਗਾ। सुन कर दास कहे कर बंद ਇਸ ਤਰ੍ਹਾਂ ਦੇ ਬਚਨ ਬਾਬੇ ਮਿਹਰਬਾਨ ਤੋਂ ਸੁਣ ਕੇ ਉਹਦੇ ਸੇਵਕ ਹੱਥ ਜੋੜ ਕੇ ਕਹਿਣ ਲੱਗੇ, तुम सतगुर के पुत्र बिलंद ਐ ਬਾਬਾ ਮਿਹਰਬਾਨ ਜੀ ਤੁਸੀਂ ਵੱਡੇ ਸਤਿਗੁਰਾਂ ਦੇ ਵਾਰਿਸ ਹੋ। सब वस्तन के हो अधिकारी ਸਾਰੀਆਂ ਵਸਤੂਆਂ ਦੇ ਅਧਿਕਾਰੀ ਗੁਰਤਾ ਗੱਦੀ ਸਹਿਤ ਤੁਸੀਂ ਹੋ। ये तो खिलकत जाने सारी ਤਾਂ ਸਾਰੀ ਖਿਲਕਤ ਸਾਰੀ ਲੋਕਾਈ ਜਾਣਦੀ ਹੈ। इत्यादिक कह हर खावे ਇਤਿਆਦਿਕ ਬਚਨ ਕਰਕੇ ਆਪਸ ਵਿੱਚ ਬੜੇ ਖੁਸ਼ ਹੁੰਦੇ ਨੇ। लखे के गुरता हम टिग आवे ਮਨ ਵਿੱਚ ਵਿਚਾਰ ਕਰਦੇ ਆ ਵੀ ਗੁਰਤਾ ਗੱਦੀ ਸਾਡੇ ਕੋਲ ਹੀ ਆਵੇਗੀ। दिन प्रत अधिक कुटलता तारी ਦਿਨ ਪ੍ਰਤੀ ਦਿਨ ਰੋਜ਼ ਹਿਰਦੇ ਵਿੱਚ ਕੋਈ ਨਾ ਕੋਈ ਨਵੀਂ ਵਿਉਂਤਬੰਦੀ ਘੜਦੇ ਹਨ। भयो नहीं सतगुरे अनुसारी ਮਾੜੇ ਭਾਗਾ ਸਦਕਾ ਸਤਿਗੁਰੂ ਜੀ ਘਰ ਵਿੱਚ ਆਏ ਤਾਂ ਵੀ ਗੁਰਾਂ ਦੇ ਅਨੁਸਾਰ ਨਹੀਂ ਹੋ ਸਕੇ ਹਨ। ਸੋ ਗੁਰੂ ਪਿਆਰੇ ਖਾਲਸਾ ਜੀ ਇੱਥੇ ਸਮੇਂ ਦੇ ਲਿਹਾਜ਼ ਨਾਲ ਵੀ ਸਮਾਪਤੀ ਹੈ, ਪ੍ਰਸੰਗ ਦੀ ਵੀ ਸਮਾਪਤੀ ਹੈ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਬੋਲਦਿਆਂ ਕੋਲੋਂ ਇਤਿਹਾਸ ਵਾਰਤਾ ਕਰਦਿਆਂ ਕੋਲੋਂ ਬੇਅੰਤ ਭੁੱਲਾਂ ਹੋਈਆਂ ਮਾਫ ਕਰਨੀਆਂ। ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਵਾਚਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह। हे अच्युत हे पार ब्रह्म अविनाशी अविनाश हे पूरन हे सर्व मैं दुख भंजन पंजन गुणतास हे संगी हे निरंकार हे निर्गुण समट हे गोविंद हे गुण निधान जाके सदा बबेद हे अपरंपर हर हरे है पी होवन हार हे संता कै सदा संग निधारा आधार हे ठाकुर हों दासरो मैं निर्गुण गुण नहीं होए नानक दीजै नाम दान राखो होइए परोए आए प्रभु शरणागति कृपा निध निध दयाल एक अखर हर मन बसत नानक होत निहाल गुरु नाम जहाज है चढ़े सूत्रे पार जो सरदा कर सेम दे पारी उतारनार जो सरदा कर सेम दे पारी उतारनार वाहिगुरु जी का खालसा वाहिगुरु जी की फतेह।